ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਕਲੀ ਨਿਰੰਕਾਰੀਆਂ ਬਾਰੇ ਵਿਚਾਰ ਕਰਾਂਗੇ ਤਾਂ ਕਿ ਸਾਡੇ ਭੈਣ ਭਰਾ ਇਸ ਗੁਰੂ ਡੰਮ ਦੇ ਵਿੱਚ ਫਸਣ ਤੋਂ ਬਚ ਸਕਣ। ਨਕਲੀ ਨਿਰੰਕਾਰੀ ਲਹਿਰ ਇੱਕ ਸ਼ਰਾਬੀ ਕਬਾਬੀ ਬੂਟਾ ਸਿਉਂ ਨੇ ਚਲਾਈ, ਜੋ ਪਿੰਡ ਅਧਵਾਲ, ਜ਼ਿਲ੍ਹਾ ਕੈਂਬਲਪੁਰ, ਪੱਛਮੀ ਪਾਕਿਸਤਾਨ ਦਾ ਰਹਿਣ ਵਾਲਾ ਸੀ। ਇਸ ਦਾ ਪਿਛੋਕੜ ਕੁਝ ਇਸ ਤਰ੍ਹਾਂ ਦਾ ਹੈ। ਸੰਨ 1921 ਤੋਂ 1923 ਤੱਕ ਬੂਟਾ ਸਿਉਂ ਤੇ ਉਸ ਦੇ ਭਰਾ ਨੇ ਫਤਿਹ ਜੰਗ ਵਿੱਚ ਸ਼ਰਾਬ ਦਾ ਠੇਕਾ ਚਲਾਇਆ। ਫਿਰ ਸੰਨ 1925-26 ਵਿੱਚ ਬਾਜ਼ਾਰ ਕਸੇਰਿਆਂ, ਰਾਵਲਪਿੰਡੀ ਵਿੱਚ ਅਫੀਮ ਦਾ ਠੇਕਾ ਵੀ ਕੀਤਾ। ਬੂਟਾ ਸਿੰਘ 15 ਮਈ 1929 ਨੂੰ ਪਸ਼ੌਰ ਜਾ ਕੇ ਅਵਤਾਰ ਸਿੰਘ ਨੂੰ ਮਿਲਿਆ। ਦੋਵੇਂ ਮਾਸ਼ ਸ਼ਰਾਬ ਛਕਾਉਣ ਵਾਲੇ ਸਨ, ਇਸ ਲਈ ਇਹਨਾਂ ਦੀ ਜੋੜੀ ਬਣ ਗਈ। ਇਹਨਾਂ ਦੋਵਾਂ ਨੇ ਮਿਲ ਕੇ ਆਪਣਾ ਦੰਭ, ਪਖੰਡ ਤੇ ਗੁਰੂ ਡੰਮ ਚਲਾਉਣ ਲਈ ਨਕਲੀ ਨਿਰੰਕਾਰੀ ਜੁੰਡਲੀ ਬਣਾਈ। ਪਰ ਪਸ਼ੌਰ, ਰਾਵਲਪਿੰਡੀ ਤੇ ਪੋਠੋਹਾਰ ਵਿੱਚ ਗੁਰਬਾਣੀ ਦਾ ਕਾਫੀ ਪ੍ਰਚਾਰ ਹੋਣ ਕਾਰਨ ਲੋਕੀ ਸੁਚੇਤ ਸਨ। ਇਸ ਲਈ ਇੱਥੇ ਬੂਟਾ ਸਿੰਘ ਤੇ ਅਵਤਾਰ ਸਿੰਘ ਦੀ ਜੁੰਡਲੀ ਦਾ ਪਖੰਡ ਨਾ ਚੱਲ ਸਕਿਆ। ਨਕਲੀ ਨਿਰੰਕਾਰੀ ਆਪਣੇ ਰਸਾਲੇ ਵਿੱਚ ਸ਼ਰਾਬੀ ਕਬਾਬੀ ਬੂਟਾ ਸਿਉਂ ਨੂੰ ਸਤਿਗੁਰੂ ਲਿਖਦੇ ਹਨ। ਇਸ ਨਕਲੀ ਸਤਿਗੁਰੂ ਦੀ ਕਰਤੂਤ ਇਸ ਦੇ ਪਿੰਡ ਦਾ ਡਾਕਟਰ ਹਰਨਾਮ ਸਿੰਘ ਇਉਂ ਦੱਸਦਾ ਹੈ। ਬੂਟਾ ਸਿਉਂ ਸਾਡੇ ਪਿੰਡ ਦਾ ਅਤੇ ਮੇਰਾ ਗਵਾਂਢੀ ਸੀ। ਸ਼ਰਾਬੀ ਕਬਾਬੀ ਹੋਣ ਕਰਕੇ ਉਸ ਨੂੰ ਆਪਣੇ ਪਿੰਡ ਜਾਂ ਇਲਾਕੇ ਵਿੱਚ ਕੋਈ ਸਿੱਖ ਮੂੰਹ ਨਹੀਂ ਸੀ ਲਾਉਂਦਾ। ਲੋਕੀ ਕਿਸੇ ਥਾਂ ਵੀ ਉਸ ਦਾ ਕੀਰਤਨ ਜਾਂ ਲੈਕਚਰ ਨਹੀਂ ਸੁਣਦੇ ਸਨ। ਇਸ ਲਈ ਕਈ ਵੇਰ ਉਹ ਆਪਣੀ ਔਰਤ ਨੂੰ ਮਾਰਦਾ ਕੁੱਟਦਾ ਤੇ ਕਹਿੰਦਾ ਸੀ, ਮੇਰਾ ਹੁਕਮ ਮੰਨ, ਬਾਜ਼ਾਰ ਵਿੱਚ ਜਾ, ਉੱਥੋਂ ਸੌਦਾ ਲਿਆ ਤੇ ਲੋਕਾਂ ਨੂੰ ਕਹੋ ਕਿ ਮੇਰਾ ਪਤੀ ਗੁਰੂ ਪ੍ਰਗਟ ਹੋਇਆ ਹੈ। ਦੂਜੀ ਗੱਲ ਹਰਨਾਮ ਸਿੰਘ ਨੇ ਇਹ ਦੱਸੀ ਕਿ ਬੂਟਾ ਸਿਉਂ ਆਪਣੀ ਮਾਂ ਨੂੰ ਰੋਟੀ ਨਹੀਂ ਸੀ ਦਿੰਦਾ। ਉਹ ਵਿਚਾਰੀ ਗਲੀ ਮਹੱਲੇ ਤੇ ਸਾਡੇ ਘਰਾਂ ਵਿੱਚੋਂ ਰੋਟੀ ਮੰਗ ਕੇ ਖਾਂਦੀ ਸੀ। ਇੱਕ ਵੇਰ ਉਸਨੇ ਮੇਰੇ ਸਾਹਮਣੇ ਬਿਰਧ ਮਾਈ ਨੂੰ ਬਹੁਤ ਕੁੱਟਿਆ। ਮਾਈ ਨੇ ਦੁਖੀ ਹੋ ਕੇ ਕਿਹਾ, ਮੈਨੂੰ ਮਾਰਨ ਵਾਲਿਆ ਬੂਟਿਆ, ਤੂੰ ਕੋੜੀ ਹੋ ਕੇ ਮਰੇਂਗਾ। ਡਾਕਟਰ ਹਰਨਾਮ ਸਿੰਘ ਦੱਸਦੇ ਹਨ ਕਿ ਬੁੱਢੀ ਮਾਈ ਦਾ ਉਹ ਬਚਨ ਪੂਰਾ ਹੋਇਆ ਤੇ ਬੂਟਾ ਸਿੰਘ ਸੁਜਾਕ ਵਰਗੇ ਭਿਆਨਕ ਰੋਗ ਨਾਲ ਕੋਮਰੀ ਵਿੱਚ ਮਰਿਆ। ਇਹ ਗੱਲ ਪਾਕਿਸਤਾਨ ਬਣਨ ਤੋਂ ਕੁਝ ਸਾਲ ਪਹਿਲਾਂ ਦੀ ਹੈ। ਡਾਕਟਰ ਹਰਨਾਮ ਸਿੰਘ ਕਹਿੰਦੇ, ਸਾਡੇ ਪਿੰਡ ਤੇ ਇਲਾਕੇ ਦੇ ਲੋਕ ਕਹਿੰਦੇ ਸਨ ਕਿ ਬੂਟਾ ਸਿੰਘ ਨੂੰ ਉਸ ਦੀ ਮਾਤਾ ਦਾ ਸਰਾਪ ਲੱਗਾ ਹੈ। ਬੂਟਾ ਸਿੰਘ ਬਾਰੇ ਪਸ਼ੌਰ ਨਿਵਾਸੀ ਗਿਆਨੀ ਕਰਤਾਰ ਸਿੰਘ ਸਰਹੱਦੀ, ਸਾਬਕਾ ਐਡੀਟਰ ਗੁਰੂ ਸੰਦੇਸ਼, ਜਮਨਾ ਨਗਰ, ਜ਼ਿਲ੍ਹਾ ਅੰਬਾਲਾ ਨੇ ਦੱਸਿਆ ਕਿ ਇੱਕ ਵਾਰੀ ਮੈਨੂੰ ਅਵਤਾਰ ਸਿੰਘ ਕਹਿੰਦਾ, ਬਾਬਾ ਬੂਟਾ ਸਿੰਘ ਆਏ ਹੋਏ ਹਨ, ਉਹ ਨਿਰੰਕਾਰ ਦੇ ਪ੍ਰਤੱਖ ਦਰਸ਼ਨ ਕਰਵਾ ਦਿੰਦੇ ਹਨ, ਤੁਸੀਂ ਵੀ ਚੱਲ ਕੇ ਉਹਨਾਂ ਨੂੰ ਮਿਲੋ। ਪਰ ਮੈਂ ਨਾ ਮੰਨਿਆ। ਪਰ ਅਵਤਾਰ ਸਿੰਘ ਹੱਠ ਕਰਕੇ ਮੈਨੂੰ ਬੂਟਾ ਸਿਉਂ ਕੋਲ ਇੱਕ ਚੁਬਾਰੇ ਵਿੱਚ ਲੈ ਗਿਆ। ਗਿਆਨੀ ਕਰਤਾਰ ਸਿੰਘ ਦੱਸਦੇ ਹਨ ਕਿ ਮੈਂ ਵੇਖਿਆ ਕਿ ਬੂਟਾ ਸਿੰਘ ਦੇ ਸਾਹਮਣੇ ਮਾਸ ਦੀਆਂ ਪਲੇਟਾਂ ਅਤੇ ਸ਼ਰਾਬ ਦੀ ਬੋਤਲ ਖੁੱਲੀ ਪਈ ਸੀ। ਉਸ ਦੇ ਲਾਗੇ ਇੱਕ ਔਰਤ ਬਣ ਠਣ ਕੇ ਬੈਠੀ ਹੋਈ ਸੀ। ਮੈਂ ਇਹ ਕੁਝ ਵੇਖ ਕੇ ਤ੍ਰਭਕ ਗਿਆ, ਪੁੱਠੇ ਪੈਰੀਂ ਛੇਤੀ ਨਾਲ ਮੁੜ ਆਇਆ। ਇੱਕ ਦਿਨ ਬੂਟਾ ਸਿੰਘ ਨੇ ਗੁਰਦੁਆਰੇ ਕਹਿ ਦਿੱਤਾ, ਗੁਰੂ ਨਾਨਕ ਦੇਵ ਮੇਰੇ ਪੱਟ ਤੇ ਅਤੇ ਗੁਰੂ ਗੋਬਿੰਦ ਸਿੰਘ ਖੱਬੇ ਪੱਟ ਤੇ
ਹਨ। ਇਹ ਦੁਰਵਚਨ ਸੁਣ ਕੇ ਕਈ ਸਿੰਘਾਂ ਨੇ ਇਸ ਦੀ ਛਿੱਤਰ ਪਰੇਡ ਕੀਤੀ, ਮੁੜ ਪਿਸ਼ੌਰ ਨਹੀਂ ਗਿਆ। ਅਖੀਰ ਸਤੰਬਰ 1943 ਵਿੱਚ ਨਕਲੀ ਨਿਰੰਕਾਰੀਆਂ ਦਾ ਪਹਿਲਾ ਨਕਲੀ ਗੁਰੂ ਸੁਜਾਕ ਦੀ ਭੈੜੀ ਬਿਮਾਰੀ ਨਾਲ ਕੋਹਮਰੀ ਵਿੱਚ ਮਰ ਗਿਆ। ਬੂਟਾ ਸਿੰਘ ਨੇ ਅਵਤਾਰ ਸਿੰਘ ਨੂੰ ਕੋਈ ਗੱਦੀ ਨਹੀਂ ਦਿੱਤੀ, ਪਰ ਇੱਕ ਠਾਕਰ ਦਾਸ ਨਾਮੀ ਬੰਦੇ ਨੇ ਬੂਟਾ ਸਿੰਘ ਦੇ ਮ੍ਰਿਤਕ ਸਰੀਰ ਤੋਂ ਫੁੱਲਾਂ ਦਾ ਹਾਰ ਲਾ ਕੇ ਅਵਤਾਰ ਸਿੰਘ ਦੇ ਗਲ ਪਾ ਦਿੱਤਾ ਤੇ ਕਿਹਾ ਕਿ ਇਹ ਬੂਟਾ ਸਿੰਘ ਦੀ ਥਾਂ ਮੱਲੇਗਾ। ਇਸ ਤਰ੍ਹਾਂ ਨਕਲੀ ਨਿਰੰਕਾਰੀਆਂ ਦਾ ਪਹਿਲਾ ਨਕਲੀ ਗੁਰੂ ਸੁਜਾਕ ਦੀ ਭੈੜੀ ਬਿਮਾਰੀ ਨਾਲ ਮਰ ਗਿਆ। ਬੂਟਾ ਸਿੰਘ ਦੀ ਮੌਤ ਤੋਂ ਬਾਅਦ ਅਵਤਾਰ ਸਿੰਘ 1944 ਵਿੱਚ ਰਾਵਲਪਿੰਡੀ ਆ ਗਿਆ। ਮੁਹੱਲਾ ਮੋਹਨਪੁਰੇ ਵਿੱਚ ਇਸ ਦਾ ਮਕਾਨ ਸੀ। ਰਾਵਲਪਿੰਡੀ ਵਿੱਚ ਅਵਤਾਰ ਸਿੰਘ ਨੇ 3 ਸਾਲ ਮਾਸ਼ ਸ਼ਰਾਬ ਦਾ ਬਾਮ ਮਾਰਗੀ ਚੱਕਰ ਚਲਾਇਆ। ਸੰਨ 1947 ਵਿੱਚ ਅਵਤਾਰ ਸਿੰਘ ਦਿੱਲੀ ਆ ਗਿਆ। ਉਸਨੇ ਪਹਾੜਗੰਜ ਦਿੱਲੀ ਵਿੱਚ ਇੱਕ ਮਕਾਨ ਕਿਰਾਏ ਤੇ ਲੈ ਕੇ ਨਿਰੰਕਾਰ ਦੀ ਆੜ ਵਿੱਚ ਆਪਣਾ ਗੁਰੂ ਦੰਭ ਤੇ ਪਖੰਡ ਖਿਲਾਰਨਾ ਸ਼ੁਰੂ ਕਰ ਦਿੱਤਾ। ਸਾਡੇ ਦੇਸ਼ ਵਿੱਚ ਕਾਫੀ ਲੋਕੀ ਅਜਿਹੇ ਹਨ ਜਿਹੜੇ ਪਖੰਡ ਦੇ ਜਾਲ ਵਿੱਚ ਛੇਤੀ ਹੀ ਫਸ ਜਾਂਦੇ ਹਨ। ਇਸ ਲਈ ਅਵਤਾਰ ਸਿੰਘ ਨੂੰ ਕੁਝ ਮੱਥੇ ਟੇਕਣ ਵਾਲੇ ਚੇਲੇ ਮਿਲ ਗਏ। ਪੂਜਾ ਭੇਟਾ ਵੀ ਚੜ੍ਹਨ ਲੱਗ ਪਈ। ਉਸਨੇ ਪੂਜਾ ਦੇ ਧਨ ਨਾਲ ਸ਼ਾਨਦਾਰ ਕੋਠੀ ਪਾ ਲਈ। ਗੁਰੂ ਡੰਮ ਦੀ ਡੁੱਗੀ ਪਿੱਟਣ ਲਈ ਤਨਖਾਹ ਤੇ ਕੁਝ ਏਜੰਟ ਤੇ ਚੇਲੀਆਂ ਰੱਖ ਲਈਆਂ। ਨਿਰੰਕਾਰ ਦੇ ਝੂਠੇ ਦਰਸ਼ਨ ਕਰਾਉਣ ਦਾ ਛਲ ਨਾਟਕ, ਸ਼ਖਸੀ ਪੂਜਾ ਤੇ ਕੁਟੰਬ ਪੂਜਾ ਦਾ ਸਟੰਟ ਰਚ ਲਿਆ। ਸੁਨਹਿਰੀ ਮੁਕਟ ਤੇ ਰੇਸ਼ਮੀ ਕੱਪੜੇ ਪਾ ਕੇ ਤਖਤ ਉੱਤੇ ਬੈਠ ਕੇ ਆਪਣੇ ਆਪ ਨੂੰ ਹਜ਼ੂਰ ਸ਼ਹਿਨਸ਼ਾਹ ਤੇ ਸੱਚਾ ਪਾਤਸ਼ਾਹ ਖਵਾਉਣ ਲੱਗ ਪਿਆ। ਉਸਨੇ ਰਾਮ ਅੱਲਾ ਗੌਡ ਦੇ ਸਾਨੀ ਹੋਣ ਦਾ ਝੂਠਾ ਦਾਅਵਾ ਕੀਤਾ। ਇਸ ਨੇ ਕੁਝ ਸਰਕਾਰੀ ਅਫਸਰਾਂ ਤੇ ਵਜ਼ੀਰਾਂ ਦੀ ਖੁਸ਼ਾਮਦ ਕਰਕੇ ਉਹਨਾਂ ਨਾਲ ਗੰਢ ਤੁੱਪ ਕਰ ਲਈ। ਸਾਡੇ ਦੇਸ਼ ਵਿੱਚ ਜਿਸ ਤਰ੍ਹਾਂ ਪਹਾੜੇ ਉੱਤੇ ਪਿੱਟਣ ਵਾਲੀਆਂ ਮਿਲ ਜਾਂਦੀਆਂ ਹਨ, ਇਸ ਤਰ੍ਹਾਂ ਟੁੱਕੜ ਬੋਚ ਕਵੀ, ਝੂਠੀ ਉਸਤਤ ਕਰਨ ਵਾਲੇ ਵੀ ਮਿਲ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਰਿੰਦ ਕਵੀ ਅਵਤਾਰ ਸਿੰਘ ਬਾਰੇ ਲਿਖਦਾ ਹੈ, ਅੱਲਾ ਆਪੇ ਮੁੜ ਆਇਆ, ਅੱਲਾ ਆਪੇ ਮੁੜ ਆਇਆ ਜੇ, ਗੌੜ ਵੀ ਨਾਲ ਲਿਆਇਆ ਜੇ, ਰਾਮ ਵੀ ਇਸ ਦੀ ਬੁਕਲੀ ਖੇਲੇ, ਇਹ ਰੱਬ ਹੈ ਆਪੇ ਆਇਆ। ਫਰਵਰੀ 1966 ਦੇ ਰਸਾਲੇ ਸੰਤ ਨਿਰੰਕਾਰੀ ਵਿੱਚ ਇੱਕ ਹੋਰ ਅੰਧ ਵਿਸ਼ਵਾਸੀ ਤੇ ਟੁੱਕੜ ਬੋਚ ਕਵੀ S.S. ਆਨੰਦ ਨੇ ਲਿਖਿਆ ਹੈ, ਦੁਨੀਆ ਵਾਲਿਓ ਦੱਸਾਂ ਮੈਂ ਗੱਲ ਇੱਕੋ, ਇਹ ਬੈਠਾ ਜੇ ਦੁਨੀਆ ਬਣਾਉਣ ਵਾਲਾ, ਸਦਾ ਇਸਨੇ ਕਾਇਮ ਤੇ ਦਾਇਮ ਰਹਿਣਾ, ਬਾਕੀ ਜੱਗ ਹੈ ਆਉਣ ਤੇ ਜਾਣ ਵਾਲਾ। ਅਵਤਾਰ ਨੇ ਆਪਣੇ ਨਾਂ ਤੇ ਨਕਲੀ ਅਵਤਾਰ ਬਾਣੀ ਬਣਾਈ। ਝੂਠੇ ਖੁਦਾਈ ਦਾਅਵੇ ਕਰਨ ਵਾਲਾ ਅਵਤਾਰ ਸਿਉਂ 17 ਸਤੰਬਰ 1969 ਨੂੰ ਦਿੱਲੀ ਵਿੱਚ ਕੈਂਸਰ ਨਾਲ ਮਰ ਗਿਆ। ਉਹ ਮਰਨ ਵੇਲੇ ਬਹੁਤ ਔਖਾ ਹੋਇਆ ਸੀ। ਉਸ ਦੀ ਲਾਸ਼ ਕੋਲੋਂ ਬਦਬੂ ਆਉਂਦੀ ਸੀ, ਇਸ ਲਈ ਉਸ ਨੂੰ ਕਾਹਲੀ ਨਾਲ ਬਿਜਲੀ ਦੀ ਭੱਠੀ ਵਿੱਚ ਸਾੜ ਦਿੱਤਾ ਗਿਆ। ਰਿੰਦ ਕਵੀ ਜਾਂ ਨਕਲੀ ਨਿਰੰਕਾਰੀ ਦੱਸਣ ਕਿ ਅਵਤਾਰ ਸਿੰਘ ਦੇ ਮਰਨ ਨਾਲ ਰਾਮ ਅੱਲਾ ਗੌੜ ਮਰ ਗਏ ਸਨ। ਜਿਹੜਾ ਰਾਮ ਬੁੱਕਲ ਵਿੱਚ ਵਸਦਾ ਸੀ, ਕਿ ਉਹ ਅਵਤਾਰ ਸਿੰਘ ਦੇ ਨਾਲ ਹੀ ਭੱਠੀ ਵਿੱਚ ਮੱਚ ਗਿਆ? ਹਰਗਿਜ਼ ਨਹੀਂ। ਇਹ ਜਿਸ ਨੂੰ ਕਾਇਮ ਦੈਮ ਦੱਸਦੇ ਸਨ, ਉਹ ਕਿੱਥੇ ਹੈ? ਜਿਸ ਨੂੰ ਅਕਾਲ ਪੁਰਖ ਰਾਮ ਅੱਲਾ ਗੌੜ ਕਿਹਾ ਜਾਂਦਾ ਹੈ, ਉਸ ਦੀ ਹੋਂਦ ਸਦੀਵੀ ਕਾਇਮ ਹੈ। ਉਹ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਹੈ। ਪਰ ਝੂਠੇ ਖੁਦਾਈ ਦਾਅਵੇ ਕਰਨ ਵਾਲਾ ਇੱਕ ਦੰਭੀ ਪਖੰਡੀ, ਸ਼ਰਾਬੀ, ਈਰਖਾ, ਦਵੈਸ਼ ਦਾ ਪੁਤਲਾ, ਜਿਸ ਨੂੰ ਜ਼ਮੀਰ ਫਰੋਸ਼ ਤੇ ਟੁੱਕੜ ਬੋਚ ਕਵੀ ਅੱਲਾ ਰਾਮ ਗੌਡ ਕਹਿੰਦਾ ਸੀ, ਕਦੋਂ ਦਾ ਮਰ ਚੁੱਕਾ ਹੈ। ਅਵਤਾਰ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਹੀ 1963 ਵਿੱਚ ਆਪਣੇ ਪੁੱਤਰ ਗੁਰਬਚਨ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ। ਜਿਸ ਤਰ੍ਹਾਂ ਇਸ ਦਾ ਬਾਪ ਖੁਦਾਈ ਦਾਅਵੇ ਕਰਨ ਵਿੱਚ ਬਹੁਤ ਅੱਗੇ ਲੰਘ ਗਿਆ ਸੀ, ਇਸ ਤਰ੍ਹਾਂ ਗੁਰਬਚਨ ਨੇ ਅਵਤਾਰੀ ਤੇ ਪੈਗੰਬਰੀ ਦਾਅਵੇ ਕਰਨ ਵਿੱਚ ਰਿਕਾਰਡ ਤੋੜ ਦਿੱਤੇ।
ਗੁਰਬਚਨ ਕਹਿੰਦਾ ਹੈ, ਮੈਂ ਕਲਯੁਗੀ ਅਵਤਾਰ ਪ੍ਰਗਟ ਹੋਇਆ ਜੇ। ਮੈਂ ਅੱਜ ਦੁਨੀਆ ਭਰ ਦੇ ਲੋਕਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾ ਰਿਹਾ ਹਾਂ ਕਿ ਇਹ ਦੁਨੀਆ ਵਾਲਿਓ, ਜੇ ਤੁਸੀਂ ਸੁੱਖ ਸ਼ਾਂਤੀ ਅਤੇ ਆਨੰਦ ਚਾਹੁੰਦੇ ਹੋ ਤਾਂ ਮੇਰੇ ਕੋਲੇ ਆਓ। ਮੈਂ ਤੁਹਾਡੇ ਘੜੇ ਸਰੀਰ ਤੋਂ ਅਗਿਆਨਤਾ ਦਾ ਢੱਕਣ ਹਟਾ ਦਿਆਂਗਾ। ਪ੍ਰਭੂ ਪਰਮਾਤਮਾ ਵਿਚਕਾਰ ਆਏ ਪਰਦੇ ਹਟਾ ਕੇ ਭਗਵਾਨ ਨਾਲ ਸਾਖਿਅਤ ਕਰਦਿਆਂ ਇਸਨੇ ਮਾਸ ਸ਼ਰਾਬ ਖਾਣ ਪੀਣ ਤੇ ਲਿੰਗ ਸੁਤੰਤਰਤਾ ਦੀ ਪੂਰੀ ਖੁੱਲ੍ਹ ਕੀਤੀ। ਕਹਿੰਦੇ ਹਨ ਕਿ ਇੱਕ ਵੇਸਵਾ ਨੇ ਆਪਣੇ ਘਰ ਦੇ ਅੱਗੇ ਮਹਾਤਮਾ ਬੁੱਧ ਦੀ ਮੂਰਤੀ ਰੱਖੀ ਹੋਈ ਸੀ। ਉਸ ਨੂੰ ਕਿਸੇ ਨੇ ਪੁੱਛਿਆ, ਪਾਪਣੇ, ਮਹਾਤਮਾ ਬੁੱਧ ਤਾਂ ਬਹੁਤ ਨੇਕ ਪੁਰਸ਼ ਸਨ, ਤੂੰ ਦੁਰਾਚਾਰੀ ਹੋ ਕੇ ਉਹਨਾਂ ਮੂਰਤੀ ਬੂਹੇ ਅੱਗੇ ਕਿਉਂ ਰੱਖੀ ਹੈ? ਵੇਸਵਾ ਕਹਿੰਦੀ, ਬੁੱਧੀਆਂ ਨੂੰ ਫਸਾਉਣ ਵਾਸਤੇ। ਠੀਕ ਇਸੇ ਤਰ੍ਹਾਂ ਅਵਤਾਰ ਸਿੰਘ, ਗੁਰਬਚਨ ਤੇ ਇਸ ਦੇ ਪੁੱਤਰ ਨੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਸਤੇ ਨਿਰੰਕਾਰ ਦਾ ਨਾਂ ਵਰਤਿਆ ਹੈ। ਅਸਲ ਵਿੱਚ ਨਾ ਇਹ ਸੰਤ ਹਨ, ਨਾ ਨਿਰੰਕਾਰੀ ਹਨ, ਬਲਕਿ ਇਹ ਤਾਂ ਨਿਰੰਕਾਰ ਦੇ ਨਾਂ ਤੇ ਲੁੱਟਦੇ ਹਨ। ਜਿਸ ਤਰ੍ਹਾਂ ਮੱਕੜੀ ਜਾਲਾ ਤਨ ਕੇ ਮੱਖੀਆਂ ਤੇ ਕੀੜੀਆਂ ਨੂੰ ਫਸਾਉਂਦੀ ਹੈ, ਪਾਣੀ ਵਿੱਚ ਵਗਲਾ ਸਮਾਧੀ ਲਾ ਕੇ ਇੱਕ ਟੰਗ ਭਾਰ ਖਲੋਤਾ ਹੋਇਆ ਡੱਡੀਆਂ ਤੇ ਮੱਛੀਆਂ ਦਾ ਘਾਤ ਕਰਦਾ ਹੈ, ਇਸ ਤਰ੍ਹਾਂ ਨਕਲੀ ਨਿਰੰਕਾਰੀ ਨਿਰੰਕਾਰ ਦੇ ਦਰਸ਼ਨ ਕਰਾਉਣ ਦਾ ਛਲ ਨਾਟਕ ਰਚ ਕੇ ਕਈ ਭੋਲੇ ਭਾਲੇ ਲੋਕਾਂ ਨੂੰ ਆਪਣੇ ਗੁਰੂ ਡੰਮ ਦੇ ਜਾਲ ਵਿੱਚ ਫਸਾਉਂਦੇ ਹਨ। ਜਦ ਕੋਈ ਇਹਨਾਂ ਦੇ ਫੰਦੇ ਵਿੱਚ ਫਸ ਜਾਵੇ, ਉਸ ਨੂੰ ਕਹਿੰਦੇ ਹਨ, ਨਿਰੰਕਾਰ ਦੇ ਦਰਸ਼ਨ ਕਰਨੇ ਜੇ। ਭੋਲੇ ਭਾਲੇ ਆਦਮੀ ਤੇ ਬੁੱਢੀਆਂ ਕਹਿੰਦੀਆਂ ਹਨ, ਹਾਂ ਬਾਬਾ ਜੀ, ਦਰਸ਼ਨ ਕਰਨੇ ਹਨ। ਨਕਲੀ ਨਿਰੰਕਾਰੀ ਉਸ ਵਕਤ ਇੱਕ ਹੱਥ ਉੱਤੇ ਤੇ ਦੂਜਾ ਹੱਥ ਥੱਲੇ ਰੱਖ ਕੇ ਕਹਿੰਦੇ ਹਨ, ਵਿੱਚ ਤੱਕੋ। ਭੁੱਲੜ ਆਦਮੀ ਦੋਹਾਂ ਹੱਥਾਂ ਦੇ ਵਿਚਕਾਰ ਦੇਖਦੇ ਹਨ। ਫਿਰ ਛਲਗੇ ਕਹਿੰਦੇ ਹਨ, ਬਸ ਇਹੀ ਨਿਰੰਕਾਰ ਹੈ। ਹੁਣ ਸੋਚੋ ਕਿ ਨਿਰੰਕਾਰ ਸਥੂਲ ਅੱਖਾਂ ਨਾਲ ਦਿਸ ਸਕਦਾ ਹੈ? ਜਿਹੜਾ ਹੋਇਆ ਹੀ ਨਿਰਾਕਾਰ, ਉਹ ਅੱਖਾਂ ਨਾਲ ਕਿਸ ਤਰ੍ਹਾਂ ਦਿਸ ਸਕਦਾ ਹੈ? ਅੱਖਾਂ ਨਾਲ ਤਾਂ ਆਕਾਰ ਹੀ ਦਿਸਦਾ ਹੈ, ਨਿਰੰਕਾਰ ਨਹੀਂ। ਨਿਰੰਕਾਰ ਦਾ ਅਨੁਭਵ ਆਪਣੇ ਅੰਦਰੋਂ ਸੁਰਤ ਦੀ ਅੱਖ ਦੁਆਰਾ ਹੁੰਦਾ ਹੈ। ਨਾਨਕ ਸੇ ਅੱਖੜੀਆਂ ਬੇਅੰਨ ਜਿਨ੍ਹਾਂ ਦਿਸੰਦੋ ਮਾਪਰੀ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ। ਨਾਨਕ ਕਹੈ ਸਿਆਣੀਏ ਕਿਉਂ ਕੰਤ ਮਿਲਾਵਾ ਹੋਏ। ਅੱਜ ਤੱਕ ਜਿਸ ਨੂੰ ਵੀ ਪ੍ਰਮਾਤਮਾ ਮਿਲਿਆ ਹੈ, ਆਪਣੇ ਅੰਦਰੋਂ ਮਿਲਿਆ ਹੈ। ਪਰ ਨਕਲੀ ਨਿਰੰਕਾਰੀ ਰੱਬ ਨੂੰ ਦੋਵੇਂ ਹੱਥਾਂ ਦੇ ਵਿਚਕਾਰ ਸਥੂਲ ਅੱਖਾਂ ਨਾਲ ਦਿਖਾਉਂਦੇ ਹਨ। ਮੂਰਖੋ, ਨਿਰੰਕਾਰ ਸਥੂਲ ਅੱਖਾਂ ਨਾਲ ਬਾਹਰੋਂ ਨਹੀਂ ਦਿਸਦਾ, ਸੁਰਤ ਦੀ ਅੱਖ ਨਾਲ ਆਪਣੇ ਅੰਦਰੋਂ ਦਿਸਦਾ ਹੈ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਮੇਰਾ ਮਾਲਕ ਜੋ ਸਦੀਵੀ ਹੈ, ਗੁਰ ਸ਼ਬਦ ਦੀ ਕਮਾਈ ਦੁਆਰਾ ਅੰਦਰੋਂ ਦਿਸਦਾ ਹੈ। ਅਸਲ ਵਿੱਚ ਇਹ ਪਖੰਡੀ ਗੁਰੂ ਨਿਰੰਕਾਰ ਤੋਂ ਉਤਨੇ ਹੀ ਦੂਰ ਹਨ ਜਿਤਨਾ ਕਿ ਸ਼ੈਤਾਨ ਨੇਕੀ ਤੋਂ ਦੂਰ ਹੈ। ਇਹ ਨਿਰੰਕਾਰ ਦੇ ਨਾਂ ਉੱਪਰ ਧੋਖਾ ਕਰਦੇ ਹਨ। ਡਾਕਟਰ ਸਰਬ ਸਿੰਘ ਜੀ ਰਾਗੀ ਨੇ ਦੱਸਿਆ ਕਿ ਸਾਡਾ ਜਥਾ ਇੱਕ ਵੇਰੀ ਕੋਹਮਰੀ ਕੀਰਤਨ ਕਰਨ ਲਈ ਗਿਆ। ਉੱਥੇ ਸਾਨੂੰ ਬੂਟਾ ਸਿੰਘ ਮਿਲ ਪਿਆ ਤੇ ਕਹਿਣ ਲੱਗਾ, ਨਿਰੰਕਾਰ ਦੇ ਦਰਸ਼ਨ ਕਰਨੇ ਜੇ? ਅਸੀਂ ਕਿਹਾ ਕਰਨੇ ਹਨ। ਉਹ ਕਹਿਣ ਲੱਗਾ, ਸਮਾਧੀ ਲਾਓ। ਅਸੀਂ ਅੱਖਾਂ ਮੀਟ ਕੇ ਬੈਠ ਗਏ, ਉਹ ਵੀ ਅੱਖਾਂ ਮੀਟ ਕੇ ਬੈਠ ਗਿਆ। ਕੁਝ ਚਿਰ ਪਿੱਛੋਂ ਅੱਖਾਂ ਖੋਲ੍ਹ ਕੇ ਕਹਿੰਦਾ, ਮੇਰੇ ਵੱਲ ਤੱਕੋ। ਅਸੀਂ ਉਸ ਵੱਲ ਤੱਕਿਆ। ਬੂਟਾ ਸਿੰਘ ਇੱਕ ਹੱਥ ਉੱਪਰ ਇੱਕ ਥੱਲੇ ਕਰਕੇ ਕਹਿਣ ਲੱਗਾ, ਇਸ ਦੇ ਵਿੱਚ ਵੇਖੋ ਕੀ ਹੈ। ਅਸੀਂ ਕਿਹਾ, ਦੋਹਾਂ ਹੱਥਾਂ ਵਿੱਚ ਪੁਲਾੜ ਹੈ, ਹੋਰ ਕੁਝ ਨਹੀਂ। ਉਹ ਤਾੜੀ ਮਾਰ ਕੇ ਕਹਿਣ ਲੱਗਾ, ਬਸ ਇਹੀ ਨਿਰੰਕਾਰ ਜੇ। ਇਹੀ ਟ੍ਰਿਕ ਅਵਤਾਰ ਸਿਉ ਵਰਤਦਾ ਰਿਹਾ ਸੀ ਤੇ ਬਾਅਦ ਵਿੱਚ ਉਸ ਦਾ ਪੁੱਤਰ ਗੁਰਬਚਨ ਸਿਉ ਤੇ ਹੁਣ ਹਰਦੇਵ ਸਿਉ ਵਰਤ ਰਿਹਾ ਹੈ। ਸਰਦਾਰ ਦਾਨ ਸਿੰਘ ਸਾਬਕਾ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਇਉਂ ਦੱਸਦੇ ਹਨ ਕਿ ਇੱਕ ਵੇਰਾ ਮੈਂ ਅਤੇ ਰਤਨ ਸਿੰਘ ਕਰੋਲ ਬਾਗ ਦਿੱਲੀ ਅਵਤਾਰ ਸਿਉ ਨੂੰ ਮਿਲਣ ਗਏ। ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਸੁਣਿਆ ਹੈ ਕਿ ਤੁਸੀਂ ਲੋਕਾਂ ਨੂੰ ਨਿਰੰਕਾਰ ਦੇ ਦਰਸ਼ਨ ਕਰਵਾਉਂਦੇ ਹੋ, ਸਾਨੂੰ ਵੀ ਦਰਸ਼ਨ ਕਰਵਾ ਦਿਓ। ਅਵਤਾਰ ਸਿੰਘ ਕਹਿਣ ਲੱਗਾ, ਜਿਤਨੇ ਚਿਰ ਵਿੱਚ ਮਰਦ ਇਸਤਰੀ ਭੋਗ ਵਿਲਾਸ ਕਰਦਿਆਂ ਖਾਰਜ ਹੁੰਦੇ ਹਨ,
मैं उतने चिर विच तुहानू दर्शन करवा देने हन। सानू उस दी ये बेतुकी गल सुन के बड़ा अफसोस होया। असीं दिल विच सोचिया जिसनू भोग विलास तो बिना कुछ सुझदा नहीं, इसने निरंकार दे दर्शन की कराउणे हन। असीं निराश हो के मुड़ आए। बिल्ली नूं छेछड़ियां दे सुपने अनुसार जिसने बेगानी कमाई विचों रोज रज के मांस खाना ते सकाच बिस्की पीनी है, वो कामदेव या शैतान दे दर्शन तां करवा सकदा है, पर निरंकार दे दर्शन ना उसनूं आप हो सकदे हन, ना वो किसे नूं करवा सकदा है। जेकर दो हत्थां दे पलांट विचकार वेखण नाल ही निरंकार दे दर्शन हुंदे हन तां हर एक व्यक्ति अपने हत्थां विच हर रोज दर्शन कर सकदा है। उसनूं दिल्ली जाके नकली बाबे नूं रुपये चढ़ाउण, मत्था टेकण, चौर करन, झूठ खाण अते गुरु मनण दी की लोड़ है। दो हत्थां विचकार निरंकार नूं दसना, ना उसदा सरूप, ना लक्षण ते ना दर्शन हन, अते ना ही ये कोई थ्योरी, दलील, अणुभाव जां आत्म ज्ञान है। ये मूर्खां नूं गुरु डंम दे जाल विच फाउण लई पत्तेबाजां वाला एक ट्रिक है, जो कि शराबी कबाबी, बूटा सिउं ते अवतार सिउं दी शैतानी काढ़ है। निरे बकारी गुरबचन सिउं दा एक चेला बिक्कर सिउं लुधियाना कहंदा है, निरंकारी बाबे दियां तलियां हिलियां तां रब प्रतख नजरी आया, आवागमन तो मुक्ति मिल गई। जिहड़ा निरंकार शब्द, स्पर्श, रूप, रस, गंध, मन, बुद्धि, देश ते काल दियां हद्दां तो परे है, वो बकारी गुरबचन सिउं दियां तलियां विच नहीं हो सकदा। इन्हां दा रब कोई बटेरा है जिहड़ा बाबे दियां तलियां तो फुर्र करके उड्डिया ते वो बिक्कर सिउं नूं दिस पिया। गुरबचन सिउं दे जिहड़े चेले चेलियां ढोलकी वजा के गाउंदे हन, इहदियां तलियां विच रब वसदा एक टुकड़ बोच कवि दी तुकबंदी है। सारे ब्रह्म रिशियां, मुनियां, संत महात्मा ते सुकरात वर्गे फिलासफरां ने रब नूं हिरदे विच मन्निया है। मन जां मस्तक विच उस दे गुणां दा ध्यान जां तसव्वुर कायम कर सकदे हां। असीं नकलियां नूं पुछदे हां कि बाबे दे दूसरे अंगां ने की पाप कीता है कि उन्हां विच रब नहीं वसदा। परमात्मा भगतां दे हिरदे विच वसदा है। सुकरात दा कथन है, स्वै स्वरूप नूं पछाणो। गुरु नानक साहब कहंदे हन, गुरमुख रोम रोम हर ध्यावै। पंजवें पातशाह फरमान करते हैं, पार ब्रह्म साध रिद वसै, भाव परमात्मा भले पुरुषां दे हिरदे विच वसदा है। धार्मिक इतिहास विच नकली निरंकारियां तो बिना एक भी संत, भगत, महात्मा जां फिलासफर नहीं मिलता जिहड़ा आखे कि रब तलियां विच वसदा है। ये जक्कड़ शराबी कबाबी टोला ही मार सकता है। भाई मंगल सिंह मिस्त्री सपुत्र भाई वसन सिंह पिंड हाबड़ी जिला करनाल नकली निरंकारी दे एजेंटां विच फस गया। उसनूं वो दर्शन कराउण दे बहाने निरंकारी कलोनी दिल्ली विच लै गए, पर उसने मुरीद बनना प्रवान ना कीता। फिर उसनूं जवान औरतां ने घेर लिया। उसनूं कहण लगियां, साडे लई जेहे अपने मर्द हन ओहो जिहा तूं है, निरंकारी बन जा, मांस खा, शराब पी ते ऐश कर। पर वो नहीं मन्निया। जून 1973 विच लखनऊ दे दो कीर्तनीय सिंह भाई सुजान सिंह अते शिवदेव सिंह गुरु अर्जन साहब दे शहीदी दिहाड़े ते गुरुद्वारा सिंह सभा पंच पौली नागपुर गए। उत्थे नकली निरंकारियां दा डेरा भी है। एक दिन वो दोवें उत्थे चले गए। गुरबचन सिउं दी पत्नी झूठी राजमाता स्टेज उपर बैठी हुई सी। उसदे आले दुआले होर बुढ़ियां बैठियां ये शब्द पढ़ रहियां सन, साची प्रीत हम तुम स्यों जोरी, तुम स्यों जोर आवर संग तोरी।
ਇਹ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਦਾ ਹੈ, ਜਿਸ ਵਿੱਚ ਪ੍ਰਮਾਤਮਾ ਨਾਲ ਪ੍ਰੀਤ ਜੋੜਨ ਦਾ ਜ਼ਿਕਰ ਹੈ। ਪਰ ਨਕਲੀ ਨਿਰੰਕਾਰੀਆਂ ਦੀਆਂ ਚੇਲੀਆਂ ਝੂਠੀ ਰਾਜ ਮਾਤਾ ਵੱਲ ਹੱਥਾਂ ਦੇ ਇਸ਼ਾਰੇ ਕਰਕੇ ਪੜ੍ਹਦੀਆਂ ਸਨ। ਬਾਅਦ ਵਿੱਚ ਝੂਠੀ ਰਾਜ ਮਾਤਾ ਨੇ ਲੈਕਚਰ ਸ਼ੁਰੂ ਕੀਤਾ, ਕਲਯੁਗ ਦਾ ਬੋਹਿਤ ਮੇਰਾ ਪਤੀ ਹੈ, ਉਹ ਤੁਹਾਡੀ ਕਲਿਆਣ ਕਰ ਸਕਦਾ ਹੈ, ਹੋਰ ਕੋਈ ਬਾਣੀ ਦਾ ਪੋਥਾ ਤੁਹਾਡਾ ਕੁਝ ਨਹੀਂ ਸਵਾਰ ਸਕਦਾ। ਇਸ ਉੱਪਰ ਭਾਈ ਸੁਜਾਨ ਸਿੰਘ ਤੇ ਸਿਵਤੇਗ ਸਿੰਘ ਨੇ ਉੱਠ ਕੇ ਕਿਹਾ, ਜੇ ਬਾਣੀ ਕੁਝ ਨਹੀਂ ਸਵਾਰ ਸਕਦੀ ਤਾਂ ਤੁਸੀਂ ਉਸ ਦਾ ਸ਼ਬਦ ਕਿਉਂ ਪੜ੍ਹਿਆ ਹੈ? ਗੁਰਬਚਨ ਸਿਓ ਉਸ ਦੀ ਕਥਾ ਕਿਉਂ ਕਰਦਾ ਹੈ? ਤੁਸੀਂ ਇੱਕ ਕਵੀ ਨੂੰ ਪੈਸੇ ਦੇ ਕੇ ਜਾਲੀ ਅਵਤਾਰ ਬਾਣੀ ਦਾ ਪੋਥਾ ਕਿਉਂ ਲਿਖਵਾਇਆ ਹੈ? ਝੂਠੀ ਰਾਜ ਮਾਤਾ ਨੂੰ ਇਸ ਦਾ ਕੋਈ ਉੱਤਰ ਨਾ ਆਇਆ। ਜਲਸੇ ਵਿੱਚ ਖੱਪ ਪੈ ਗਈ, ਮਲੇਸ਼ਾਂ ਦੀ ਸਭਾ ਉੱਠ ਗਈ। ਨਕਲੀ ਅਵਤਾਰ ਬਾਣੀ ਵਿੱਚ ਮੰਗਲਾਚਰਨ ਇਸ ਪ੍ਰਕਾਰ ਹੈ, ਆਦ ਮੱਧ ਤੇ ਅੰਤ ਤੱਕ ਕਾਇਮ ਹੈ ਨਿਰੰਕਾਰ, ਤੈਨੂੰ ਪੂਰਨ ਸਤਿਗੁਰੂ ਪ੍ਰਣਾਮ ਕਰੇ ਅਵਤਾਰ। ਲੱਖ 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 ਵਾਰੀ ਬੰਦਨਾ, ਨਮਸਕਾਰ ਹਰ ਵਾਰ, ਆਪੇ ਸਭ ਕੁਝ ਕਰ ਦਿੱਤਾ ਨਾ ਰੱਖ ਕੇ ਅਵਤਾਰ। ਜਗਤ ਮਾਤਾ ਨੇ ਜਗਤ ਨੂੰ ਕਿਹਾ ਅੰਤ ਪੁਕਾਰ, ਗੁਰਬਚਨ ਗੁਰੂ ਹੈ ਜਗਤ ਦਾ, ਆਪੇ ਹੈ ਅਵਤਾਰ। ਧੰਨ ਧੰਨ ਆਖੋ ਜਗਤ ਮਾਂ, ਜਿਸ ਜਾਇਆ ਦੀਨ ਦਿਆਲ। ਵੇਖੋ, ਅਵਤਾਰ ਪਹਿਲਾਂ ਤਾਂ ਸ਼ਰਾਬੀ ਕਬਾਬੀ ਬੂਟਾ ਸਿਉ ਨੂੰ ਪੂਰਨ ਸਤਿਗੁਰੂ ਬਣਾ ਧਰਿਆ, ਫਿਰ ਆਪ ਹੀ ਰੱਬ ਬਣ ਬੈਠਾ। ਫਿਰ ਆਪਣੀ ਪਤਨੀ ਨੂੰ ਜਗਤ ਮਾਤਾ ਕਹਿ ਦਿੱਤਾ ਤੇ ਝੂਠੀ ਜਗਤ ਮਾਤਾ ਤੋਂ ਕਹਾ ਦਿੱਤਾ ਕਿ ਗੁਰਬਚਨ ਜਗਤ ਦਾ ਗੁਰੂ ਹੈ। ਫਿਰ ਅਵਤਾਰ ਆਪ ਹੀ ਆਪਣੀ ਪਤਨੀ ਲਈ ਕਹਿ ਦਿੱਤਾ ਕਿ ਸਾਰੇ ਜਗਤ ਮਾਤਾ ਨੂੰ ਧੰਨ ਧੰਨ ਆਖੋ ਜਿਸ ਨੇ ਦੀਨ ਦਿਆਲ ਗੁਰਬਚਨ ਨੂੰ ਜਨਮ ਦਿੱਤਾ ਹੈ। ਦਰਅਸਲ ਇਹ ਨਿਰੰਕਾਰ ਦਾ ਮੰਗਲ ਨਹੀਂ, ਬਲਕਿ ਅਵਤਾਰ ਸਿੰਘ ਉਸ ਦੇ ਪੁੱਤਰ ਗੁਰਬਚਨ ਸਿਉ, ਮਾਈ ਬੁੱਧਵੰਤੀ ਤੇ ਸਾਰੇ ਕੋੜਵੇਂ ਦੀ ਕੋਝੀ ਉਸਤਤ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਅਵਤਾਰ ਸਿਉ ਦੀ ਰਚਨਾ ਨਹੀਂ, ਬਲਕਿ ਟੁੱਕੜ ਬੋਚ ਕਵੀ ਦੀ ਤੁਕਬੰਦੀ ਹੈ, ਕਿਉਂਕਿ ਕੋਈ ਪਤੀ ਆਪਣੀ ਲਿਖਤ ਵਿੱਚ ਪਤਨੀ ਨੂੰ ਜਗਤ ਮਾਤਾ ਨਹੀਂ ਕਹਿ ਸਕਦਾ। ਸਾਰਾ ਟੱਬਰ ਇੱਕ ਦੂਜੇ ਦੀ ਉਸਤਤ ਦੇ ਪੁੱਲ ਬੰਨੀ ਜਾਂਦਾ ਹੈ। ਅਵਤਾਰ ਬਾਣੀ ਦਾ ਇੱਕ ਹੋਰ ਨਮੂਨਾ ਦੇਖੋ, ਡਾਕਟਰ ਦੇ ਲੜ ਲੱਗੀ ਕੋਈ, ਡਾਕਟਰ ਦੇ ਲੜ ਲੱਗੀ ਕੋਈ, ਬਣ ਗਈ ਆਪੇ ਡਾਕਟਰਨੀ। ਮਾਸਟਰ ਦੇ ਨਾਲ ਲਈਆਂ ਲਾਵਾਂ, ਸਭ ਜਾ ਕੇ ਆਖੇ ਮਾਸਟਰਨੀ। ਹੁਣ ਸੋਚੋ, ਡਾਕਟਰ ਦੇ ਨਾਲ ਲੱਗੀ ਆਪੇ ਬਣੀ ਡਾਕਟਰਨੀ, ਕਿਸ ਦਾ ਇਲਾਜ ਕਰ ਦੂ? ਮਾਸਟਰ ਦੇ ਨਾਲ ਲਾਵਾਂ ਲੈ ਕੇ ਬਣੀ ਮਾਸਟਰਨੀ, ਬੱਚਿਆਂ ਨੂੰ ਪੜ੍ਹਾ ਦੂ? ਦੇਖਿਓ ਕਿਤੇ ਅਸੀਂ ਮਾਸਟਰਨੀ ਕੋਲ ਬੱਚੇ ਪੜ੍ਹਨ ਲਾ ਦਿਓ। ਜਿਹੜੀ ਮਾਸਟਰ ਨਾਲ ਵਿਆਹ ਕਰਵਾ ਕੇ ਹੀ ਮਾਸਟਰਨੀ ਬਣੀ ਹੈ, ਸਭ ਬੱਚੇ ਫੇਲ ਹੀ ਹੋਣਗੇ। ਆਪੇ ਬਣੀ ਡਾਕਟਰਨੀ ਲੋਕਾਂ ਨੂੰ ਮਾਰੂ। ਇਸੇ ਨਕਲੀ ਅਵਤਾਰ ਬਾਣੀ ਵਿੱਚ ਗੁਰਬਚਨ ਦੀ ਪਤਨੀ ਕੁਲਵੰਤ ਕੌਰ ਇਉਂ ਲਿਖਦੀ ਹੈ, ਇਸ ਨੂੰ ਕੀ ਸੁਣਾ ਕੇ ਦੱਸਣਾ, ਇਹ ਤਾਂ ਅੰਤਰਜਾਮੀ ਏ। ਕੁਲਵੰਤ ਦਾ ਬਣਿਆ ਸੁਆਮੀ ਜਿਹੜਾ ਘਟ ਘਟ ਅੰਤਰਜਾਮੀ ਏ। ਭਾਵ ਸਾਰਾ ਟੱਬਰ ਇੱਕ ਦੂਜੇ ਦੀ ਸਿਫਤ ਦੇ ਪੁੱਲ ਬਣ ਰਿਹਾ ਹੈ। ਇਹਨਾਂ ਨੇ ਕੇਵਲ ਨਕਲੀ ਬਾਣੀ ਹੀ ਨਹੀਂ ਬਣਾਈ, ਬਲਕਿ ਜੁੰਡਲੀ ਦੇ ਕਈ ਬੰਦਿਆਂ ਦੇ ਨਾਂ, ਬਾਬਾ ਬੁੱਢਾ, ਭਾਈ ਗੁਰਦਾਸ, ਮੰਝ, ਬੇਬੇ ਨਾਨਕੀ, ਮਾਤਾ ਗੰਗਾ, ਭਗਤ ਕਬੀਰ ਆਦਿਕ ਵੀ ਰੱਖੇ ਹਨ। 27 ਫਰਵਰੀ 1966 ਨੂੰ ਹੰਕਾਰੀ ਅਵਤਾਰ ਸਿਉ ਨੇ ਦਿੱਲੀ ਦੇ ਇਕੱਠ ਵਿੱਚ ਦਸਮੇਸ਼ ਪਿਤਾ ਜੀ ਦੀ ਬਰਾਬਰੀ ਅਤੇ 5 ਪਿਆਰਿਆਂ ਦੀ ਨਰਾਦਰੀ ਕਰਦੇ ਹੋਏ ਕਿਹਾ ਸੀ, ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਸਨ, ਮੇਰੇ ਨਾਲ ਵੀ ਕਾਫੀ ਆਦਮੀ ਹਨ। ਜੋ 7 ਪਿਆਰੇ ਬਣਾਏ ਹਨ, ਕੋਈ ਕਿੱਧਰੋਂ ਲੈ ਕੇ ਕੋਈ ਕਿੱਧਰੋਂ ਲੈ ਕੇ, ਮੇਰੇ ਨਾਲ ਘਰ ਦੇ ਆਦਮੀ ਦੀ ਤਰ੍ਹਾਂ ਕੰਮ ਕਰਦੇ ਹਨ। ਅਸੀਂ ਇਹਨਾਂ ਨਕਲੀ ਨਿਰੰਕਾਰੀਆਂ ਨੂੰ ਪੁੱਛਦੇ ਹਾਂ ਕਿ ਦਸਮੇਸ਼ ਪਿਤਾ ਜੀ ਦੇ 5 ਪਿਆਰਿਆਂ ਨੇ ਤਾਂ ਆਪਣੀ ਕੁਰਬਾਨੀ ਤੇ ਵੀਰਤਾ ਨਾਲ ਸਦੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਹੈ, ਪਰ ਤੁਹਾਡੇ 7 ਪਿਆਰਿਆਂ ਨੇ ਵਿਸਕੀ ਪੀਣ, ਮਾਸ ਖਾਣ ਤੇ ਲੋਕਾਂ ਦੀਆਂ ਰੰਨਾਂ ਨੂੰ ਝੂਠ ਖਵਾਉਣ ਤੇ ਆਦਮ ਪ੍ਰਸਤੀ ਕਰਨ ਤੋਂ ਬਿਨਾਂ ਹੋਰ ਕੀ ਕੀਤਾ ਹੈ? ਸਵਾਦਲੀ ਗੱਲ ਇਹ ਹੈ ਕਿ ਪਿਓ ਨੇ 7 ਪਿਆਰੇ ਬਣਾਏ ਸਨ, ਪੁੱਤਰ ਆਪਣੇ 7 ਪਿਆਰੇ ਦੱਸਦਾ ਹੈ।
ਸਵਾਦਲੀ ਗੱਲ ਇਹ ਹੈ ਕਿ ਪਿਓ ਨੇ 7 ਪਿਆਰੇ ਬਣਾਏ ਸਨ, ਪੁੱਤਰ ਆਪਣੇ 7 ਸਿਤਾਰੇ ਦੱਸਦਾ ਹੈ। ਅੱਜ ਕੱਲ੍ਹ ਸਿਤਾਰੇ ਸਿਨੇਮੇ ਦੇ ਨਾਚੇ ਨਾਚੀਆਂ ਨੂੰ ਆਖਿਆ ਜਾਂਦਾ ਹੈ। ਕਈ ਸਿਤਾਰੇ ਗੁਰਬਚਨ ਦੇ ਹੁੰਦਿਆਂ ਡੁੱਬ ਗਏ। ਗੁਰ ਇਤਿਹਾਸ ਦੇ ਮਹਾਨ ਸਿੱਖਾਂ ਉੱਪਰ ਆਪਣੇ ਚੇਲੇ ਚੇਲੀਆਂ ਦੇ ਨਾਂ ਰੱਖਣੇ ਪਰਲੇ ਦਰਜੇ ਦੀ ਇਖਲਾਕੀ ਗਿਰਾਵਟ ਹੈ ਅਤੇ ਮਹਾਨ ਸ਼ਖਸੀਅਤਾਂ ਦਾ ਮਖੌਲ ਉਡਾਉਣਾ ਹੈ। ਨਕਲੀ ਅਵਤਾਰ ਬਾਣੀ ਵਿੱਚ ਲਿਖਿਆ ਹੈ, ਜਿਤਨੇ ਵੀ ਹੋ ਗੁਜਰੇ ਅੱਜ ਤੱਕ ਆਪਣੇ ਆਪ ਨਾ ਪਾ ਸਕੇ, ਰਾਮ ਕ੍ਰਿਸ਼ਨ ਤੇ ਨਾਨਕ ਤੱਕ ਵੀ ਖੁਦ ਨਾ ਪਰਦਾ ਲਾ ਸਕੇ। ਨਕਲੀ ਨਿਰੰਕਾਰੀ ਦੱਸਣ ਗੁਰੂ ਨਾਨਕ ਸਾਹਿਬ ਦਾ ਦੇਹਧਾਰੀ ਗੁਰੂ ਕੌਣ ਸੀ। ਗੁਰੂ ਸਾਹਿਬ ਆਪਣੇ ਗੁਰੂ ਬਾਰੇ ਦੱਸਦੇ ਹਨ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਹਨਾਂ ਨੇ ਨਕਲੀ ਅਵਤਾਰ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ ਹੈ। ਨਿਰੰਕਾਰੀ ਕਲੋਨੀ ਵਿਖੇ ਅਵਤਾਰ ਸਿਉਂਦੇ ਹੁੰਦਿਆਂ ਦਿੱਲੀ ਦੇ ਇੱਕ ਅੰਗਰੇਜ਼ੀ ਅਖਬਾਰ ਇੰਡੀਅਨ ਅਬਜ਼ਰਵਰ ਦੇ 22 ਅਕਤੂਬਰ 1965 ਦੇ ਅੰਕ ਵਿੱਚ ਕਾਨਪੁਰ ਦੀ ਇੱਕ ਰਫਿਊਜੀ ਲੜਕੀ ਨਾਲ ਬਾਬੇ ਦੀ ਬਦਕਾਰੀ ਦੀ ਦਰਦਨਾਕ ਵਾਰਤਾ ਪ੍ਰਕਾਸ਼ਿਤ ਹੋਈ। ਇਸ ਵਿੱਚ ਉਸ ਲੜਕੀ ਨੇ ਦੱਸਿਆ, ਮੈਂ ਇੱਕ ਵਿਧਵਾ ਮਾਂ ਦੀ ਲੜਕੀ ਹਾਂ, ਰਾਵਲਪਿੰਡੀ ਤੋਂ ਉੱਜੜ ਕੇ ਆਈ ਤੇ ਕਾਨਪੁਰ ਦੇ ਸਕੂਲ ਵਿੱਚ ਪੜ੍ਹਾਉਂਦੀ ਹਾਂ। ਮੈਨੂੰ ਨਿਰੰਕਾਰੀ ਬਾਬੇ ਦੀ ਇੱਕ ਚੇਲੀ ਦਰਸ਼ਨ ਕਰਾਉਣ ਦੇ ਬਹਾਨੇ ਦਿੱਲੀ ਲੈ ਆਈ। ਮੈਨੂੰ ਇੱਕ ਹੋਟਲ ਵਿੱਚ ਠਹਿਰਾਇਆ ਗਿਆ। ਦੂਜੇ ਦਿਨ ਇੱਕ ਕਾਰ ਵਿੱਚ ਨਿਰੰਕਾਰੀ ਕਲੋਨੀ ਵਿੱਚ ਲਿਜਾਇਆ ਗਿਆ। ਮੈਨੂੰ ਬਾਬੇ ਦੀ ਸੇਵਾ ਵਿੱਚ ਪੇਸ਼ ਕੀਤਾ ਗਿਆ। ਉਸਨੇ ਸ਼ਰਾਬ ਪੀ ਕੇ ਮੇਰੇ ਨਾਲ ਦੁਰਾਚਾਰ ਕੀਤਾ। ਇਹ ਹੈ ਇਹਨਾਂ ਦੇ ਸਤਿਗੁਰੂ ਕਹਾਉਣ ਵਾਲੇ ਦੀ ਕਰਤੂਤ। ਸਰਦਾਰ ਕੇਰ ਸਿੰਘ ਕਚਹਿਰੀ ਰੋਡ ਮੋਗਾ ਦੱਸਦੇ ਹਨ ਕਿ ਮੋਗੇ ਵਿੱਚ ਇੱਕ ਲਾਲਾ ਹੁਕਮ ਚੰਦ ਅਵਤਾਰ ਸਿਉਂਦੇ ਸੇਵਕ ਸਨ। ਮੋਟਰਾਂ ਦੇ ਪੁਰਜਿਆਂ ਦੀ ਦੁਕਾਨ ਕਰਦੇ ਸਨ। ਸਾਡੇ 1-2 ਟਰੱਕ ਹਨ, ਜਿਸ ਕਾਰਨ ਸਾਡਾ ਲਾਲਾ ਹੁਕਮ ਚੰਦ ਨਾਲ ਬਾਹ ਪੈਂਦਾ ਰਹਿੰਦਾ ਸੀ। ਇੱਕ ਵਾਰ ਅਵਤਾਰ ਸਿਉਂ ਮੋਗੇ ਆਇਆ। ਲਾਲਾ ਹੁਕਮ ਚੰਦ ਦੇ ਘਰ ਠਹਿਰਿਆ ਹੋਇਆ ਸੀ। ਮੈਂ ਉਸ ਨੂੰ ਮਿਲਣ ਗਿਆ। ਮੈਂ ਉਸ ਨੂੰ ਪੁੱਛਿਆ ਕਿ ਮੈਂ ਸੁਣਿਆ ਹੈ ਕਿ ਤੁਸੀਂ ਮਾਸ ਸ਼ਰਾਬ ਖਾ ਪੀ ਲੈਂਦੇ ਹੋ। ਅਵਤਾਰ ਸਿੰਘ ਕਹਿਣ ਲੱਗਾ, ਅਸੀਂ ਮਾਸ ਸ਼ਰਾਬ ਵਰਤਣ ਵਿੱਚ ਕੋਈ ਹਰਜ ਨਹੀਂ ਸਮਝਦੇ। ਖਾਣਾ ਪੀਣਾ ਤੇ ਭੋਗ ਵਿਲਾਸ ਦੇਹ ਦਾ ਧਰਮ ਹੈ, ਆਤਮਾ ਦਾ ਇਸ ਨਾਲ ਕੋਈ ਸੰਬੰਧ ਨਹੀਂ। ਇਹ ਹੈ ਨਕਲੀ ਨਿਰੰਕਾਰੀਆਂ ਦਾ ਗਿਆਨ। ਜਦ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ। ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣ ਈ, ਖਸਮ ਹੋ ਧੱਕੇ ਖਾਏ। ਜਿਤ ਪੀਤਾ ਖਸਮ ਵਿਸਰੈ, ਦਰਗਾ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਭਾਵ ਗੁਰੂ ਜੀ ਫਰਮਾਨ ਕਰਦੇ ਹਨ, ਜਿਹੜੀ ਸ਼ਰਾਬ ਪੀਣ ਨਾਲ ਮੱਤ ਮਾਰੀ ਜਾਂਦੀ ਹੈ, ਝੱਲ ਪਾਉਣਾ ਅੰਦਰ ਆ ਜਾਂਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਰੱਬ ਵੱਲੋਂ ਵੀ ਧੱਕੇ ਖਾਂਦਾ ਹੈ, ਜਿਸ ਦੇ ਪੀਣ ਨਾਲ ਪ੍ਰਮਾਤਮਾ ਭੁੱਲ ਜਾਂਦਾ ਹੈ, ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸਜ਼ਾ ਮਿਲਦੀ ਹੈ। ਝੂਠਾ ਮਦ ਭਾਵ ਸ਼ਰਾਬ ਬਿਲਕੁਲ ਨਾ ਪੀਵੀਂ, ਮਰ ਭਾਵੇਂ ਜਾਵੀਂ। ਪਰ ਨਕਲੀ ਨਿਰੰਕਾਰੀ ਕਹਿੰਦੇ, ਸ਼ਰਾਬ ਦਾ ਆਤਮਾ ਨਾਲ ਕੀ ਸੰਬੰਧ? ਕੀ ਆਚਰਨ ਤੋਂ ਗਿਰਿਆ ਤੇ ਸ਼ਰਾਬੀ ਕਬਾਬੀ ਪ੍ਰਮਾਤਮਾ ਨਾਲ ਜੁੜ ਸਕਦਾ ਹੈ? ਕਦੇ ਵੀ ਨਹੀਂ। ਇਹ ਨਕਲੀ ਨਿਰੰਕਾਰੀ ਪੁਰਾਤਨ ਵਾਮ ਮਾਰਗ ਦੀ ਨਕਲ ਹੈ। 1972 ਦੇ ਸਾਲਾਨਾ ਜਲਸੇ ਵਿੱਚ ਗੁਰਬਚਨ ਆਪਣੀ ਪਤਨੀ ਸਮੇਤ ਨੋਟਾਂ ਨਾਲ ਤੁਲਿਆ। ਉਸ ਦੀ ਤਸਵੀਰ ਲੁਹਾਈ, ਜਿਸ ਉੱਪਰ ਗੁਰਬਾਣੀ ਦੀ ਤੁਕ ਦਿੱਤੀ ਗਈ, ਆਪੇ ਕੰਡਾ ਤੋਲ ਤੁਰਾਜੀ, ਆਪੇ ਤੋਲਨਹਾਰਾ। ਇਹ ਗੁਰਬਾਣੀ ਦੀ ਗਲਤ ਵਰਤੋਂ ਤੇ ਨਰਾਦਰੀ ਹੈ। ਅਵਤਾਰ ਸਿੰਘ ਉੱਚੇ ਸਿੰਘਾਸਣ ਤੇ ਬੈਠਦਾ ਸੀ। ਗੁਰਬਾਣੀ ਦੀਆਂ ਪੋਥੀਆਂ ਵਿੱਚੋਂ ਸ਼ਬਦ ਪੜ੍ਹਨ ਵਾਲਾ ਨੀਵਾਂ ਬੈਠਦਾ ਸੀ। 1973 ਦੀ ਵਿਸਾਖੀ ਤੇ ਨਕਲੀ ਗੁਰੂ ਨੇ ਹੁਸ਼ਿਆਰਪੁਰ ਵਿੱਚ ਤਕਦੀਰ 1973 ਦੀ ਵਿਸਾਖੀ ਤੇ ਨਕਲੀ ਗੁਰੂ ਨੇ ਹੁਸ਼ਿਆਰਪੁਰ ਵਿੱਚ ਤਕਰੀਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਵਿੱਚ ਦੁਰਵਚਨ ਬੋਲਦੇ ਹੋਏ ਕਿਹਾ, ਗੁਰੂ ਗੋਬਿੰਦ ਸਿੰਘ ਭਗਤੀ ਨਹੀਂ ਜਾਣਦੇ ਸਨ, ਉਹ ਤਾਂ ਇੱਕ ਜੰਗਜੂ ਸਨ। 30 ਮਈ 1973 ਨੂੰ ਨਕਲੀ ਨਿਰੰਕਾਰੀਆਂ ਨੇ ਪ੍ਰੈਸ ਰਿਪੋਰਟਾਂ ਤੇ ਪੁਲਿਸ ਅਫਸਰ ਦੇ ਸਾਹਮਣੇ ਮਾਫੀ ਮੰਗੀ, ਜਿਸ ਦੀ ਰਿਪੋਰਟ ਅਗਲੇ ਦਿਨ ਪ੍ਰੈਸ ਵਿੱਚ ਛਪੀ। ਨਕਲੀ ਨਿਰੰਕਾਰੀ ਦੀਆਂ ਚੇਲੀਆਂ
ਕਈ ਮਰਦਾਂ ਦੇ ਮੂੰਹ ਵਿੱਚ ਜੂਠਾ ਭੋਜਨ ਪਾਉਂਦੀਆਂ ਹਨ, ਫਿਰ ਆਪ ਵੀ ਦੂਜੇ ਮਰਦਾਂ ਦੀ ਜੂਠ ਖਾਂਦੀਆਂ ਹਨ। ਔਰਤਾਂ ਨੂੰ ਜੂਠ ਖਵਾਉਣ ਦਾ ਮਕਸਦ ਇੱਕੋ ਹੀ ਹੈ ਕਿ ਉਹ ਲਿੰਗ ਸੁਤੰਤਰਤਾ ਦੇ ਅਭਿਆਸ ਵਿੱਚ ਨਾ ਝਕਣ। ਮਾਸ, ਸ਼ਰਾਬ, ਖੂਬਸੂਰਤ ਔਰਤਾਂ ਨਾਲ ਵਿਵਚਾਰ ਹੀ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ। ਨਕਲੀ ਨਿਰੰਕਾਰੀਆਂ ਨੂੰ ਕਈ ਵਾਰੀ ਸਿੱਖਾਂ ਦਾ ਡੈਪੂਟੇਸ਼ਨ ਮਿਲਿਆ ਕਿ ਸਿੱਖ ਧਰਮ ਦੇ ਵਿਰੁੱਧ ਬਕਵਾਸ ਬੰਦ ਕੀਤੀ ਜਾਵੇ, ਪਰ ਸਰਕਾਰ ਦੀ ਸ਼ਹਿ ਤੇ ਇਹ ਦਿਨੋਂ ਦਿਨ ਅਗਾਂਹ ਹੀ ਵੱਧਦੇ ਗਏ। 13 ਅਪ੍ਰੈਲ 1978 ਦੇ ਦਿਨ ਸਿੱਖ ਧਰਮ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਇਹਨਾਂ ਦੰਭੀ, ਪਖੰਡੀ, ਨਕਲੀ ਨਿਰੰਕਾਰੀਆਂ ਨੇ ਆਪਣਾ ਇੱਕ ਇਕੱਠ ਅੰਮ੍ਰਿਤਸਰ ਵਿੱਚ ਕੀਤਾ। ਇਸ ਇਕੱਠ ਦੇ ਵੱਡੇ ਪ੍ਰਬੰਧਕਾਂ ਵਿੱਚ ਪੰਜਾਬ ਦੇ ਕੁਝ ਸੀਨੀਅਰ ਅਫਸਰ, DC ਤੇ SP ਵਗੈਰਾ ਵੀ ਸਨ। ਉਧਰ ਦੂਜੇ ਪਾਸੇ ਮੰਜੀ ਸਾਹਿਬ ਤੇ ਹੋ ਰਹੀ ਦੀਵਾਨ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਫੌਜਾ ਸਿੰਘ ਅਖੰਡ ਕੀਰਤਨੀ ਜਥੇ ਵਾਲੇ ਅਤੇ ਹਜ਼ਾਰਾਂ ਸੰਗਤਾਂ ਹਾਜ਼ਰ ਸਨ। ਵੱਖ-ਵੱਖ ਆਗੂਆਂ ਨੇ ਨਿਰੰਕਾਰੀਆਂ ਵੱਲੋਂ ਇੱਕ ਦਿਨ ਪਹਿਲਾਂ ਕੱਢੇ ਜਲੂਸ ਤੇ ਉਸ ਦਿਨ ਹੋ ਰਹੇ ਜਲਸੇ ਵਿੱਚ ਕੀਤੀਆਂ ਜਾ ਰਹੀਆਂ ਹਰਕਤਾਂ ਬਾਰੇ ਤਕਰੀਰਾਂ ਕੀਤੀਆਂ। ਇਸ ਮੌਕੇ ਤੇ ਸੰਗਤ ਵਿੱਚ ਇਹ ਵਿਚਾਰ ਬਣਿਆ ਕਿ ਇਸ ਨਿਰੰਕਾਰੀ ਟੋਲੇ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇ। ਇਸ ਕਰਕੇ ਸਿੰਘਾਂ ਦਾ ਇੱਕ ਜਥਾ ਨਿਰੰਕਾਰੀ ਜਲਸੇ ਵਾਲੇ ਪਾਸੇ ਜਾ ਕੇ ਰੋਸ ਮੁਜ਼ਾਹਰਾ ਕਰਨ ਵਾਸਤੇ ਤਿਆਰ ਹੋ ਗਿਆ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਸ ਜਥੇ ਨੂੰ ਤੋਰਿਆ। ਇਸ ਜਥੇ ਦੀ ਕਮਾਨ ਭਾਈ ਫੌਜਾ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲਿਆਂ ਕੋਲ ਸੀ। ਇਸ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਵੀ ਸ਼ਾਮਲ ਸਨ। ਜਦੋਂ ਇਹ ਜਥਾ ਨਿਰੰਕਾਰੀ ਜਲਸੇ ਦੇ ਨੇੜੇ ਬਲਾਕ B ਦੇ ਕੋਲ ਪੁੱਜਾ ਤਾਂ ਨਿਰੰਕਾਰੀਆਂ ਦੇ ਮੁਖੀ ਗੁਰਬਚਨ ਸਿੰਘ ਦੇ ਹੁਕਮ ਤੇ ਉਸ ਦੇ ਹਥਿਆਰਬੰਦ ਗੁੰਡਿਆਂ ਨੇ ਬੰਦੂਕਾਂ, ਤਲਵਾਰਾਂ, ਸੋਟੀਆਂ ਨਾਲ ਇਹਨਾਂ ਸਿੰਘਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਭਾਈ ਫੌਜਾ ਸਿੰਘ ਤੇ 12 ਹੋਰ ਸਿੰਘ ਸ਼ਹੀਦ ਹੋ ਗਏ ਅਤੇ ਬਾਬਾ ਮਾਨੋ ਚਾਹਲ ਸਣੇ 100 ਦੇ ਕਰੀਬ ਸਿੰਘ ਜ਼ਖਮੀ ਹੋ ਗਏ। ਨਿਰੰਕਾਰੀਆਂ ਦਾ ਜਲਸਾ ਇਸ ਮਗਰੋਂ ਵੀ ਬੇਰੋਕ ਟੋਕ ਜਾਰੀ ਰਿਹਾ ਤੇ ਕੁਝ ਘੰਟੇ ਮਗਰੋਂ ਇੱਕ ਸੀਨੀਅਰ ਸਰਕਾਰੀ ਅਫਸਰ ਗੋਲੀ ਦਾ ਹੁਕਮ ਦੇਣ ਵਾਲੇ ਗੁਰਚਰਨ ਸਿੰਘ ਨੂੰ ਆਪਣੇ ਕਾਰ ਵਿੱਚ ਦਿੱਲੀ ਛੱਡ ਆਇਆ। ਸਿੱਖਾਂ ਦੇ ਕਤਲੇਆਮ ਖਿਲਾਫ ਦੁਨੀਆ ਭਰ ਵਿੱਚ ਰੋਸ ਮੁਜ਼ਾਹਰੇ ਹੋਏ। ਸਿੱਖਾਂ ਦੇ ਰੋਹ ਤੋਂ ਡਰ ਕੇ ਪੰਜਾਬ ਸਰਕਾਰ ਨੇ ਗੁਰਬਚਨ ਸਿੰਘ ਅਤੇ ਕਈ ਹੋਰਾਂ ਦੇ ਖਿਲਾਫ ਕੇਸ ਦਰਜ ਕੀਤੇ। ਇਹਨਾਂ ਹਾਲਾਤਾਂ ਵਿੱਚ ਨਿਰੰਕਾਰੀਆਂ ਦੇ ਸਿੱਖਾਂ ਤੇ ਹੋ ਰਹੇ ਵਾਰ ਨੂੰ ਰੋਕਣ ਵਾਸਤੇ ਵਿਚਾਰਾਂ ਸ਼ੁਰੂ ਹੋ ਗਈਆਂ। ਹਰ ਪਾਸੇ ਇਸ ਟੋਲੇ ਤੇ ਪਾਬੰਦੀ ਲਾਉਣ ਦੀ ਮੰਗ ਸ਼ੁਰੂ ਹੋ ਗਈ। ਇਸ ਸਾਰੀ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਵੱਖ-ਵੱਖ ਜਥੇਬੰਦੀਆਂ, ਵਿਦਵਾਨਾਂ ਅਤੇ ਸੰਸਥਾਵਾਂ ਦੀ ਮੀਟਿੰਗ 17 ਮਈ 1978 ਦੇ ਦਿਨ ਬੁਲਾ ਲਈ। ਇਸ ਮੀਟਿੰਗ ਵਿੱਚ ਗੁਰਮਤਾ ਪਾਸ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਅਰਜ਼ ਕੀਤੀ ਗਈ ਕਿ ਨਿਰੰਕਾਰੀਆਂ ਦਾ ਸਮਾਜਿਕ ਬਾਈਕਾਟ ਕਰਨ ਵਾਸਤੇ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ। ਇਸ ਹੁਕਮਨਾਮੇ ਨੂੰ ਤਿਆਰ ਕਰਨ ਵਾਸਤੇ ਇੱਕ 7 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਸਰਦਾਰ ਕਪੂਰ ਸਿੰਘ, ਗਿਆਨੀ ਲਾਲ ਸਿੰਘ, ਗਿਆਨੀ ਗੁਰਦਿੱਤ ਸਿੰਘ ਵੀ ਸ਼ਾਮਲ ਸਨ। ਇਹਨਾਂ ਵੱਲੋਂ ਤਿਆਰ ਕੀਤਾ ਗਿਆ ਹੁਕਮਨਾਮਾ ਸਾਧੂ ਸਿੰਘ ਭੌਰਾ, ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਨੇ 10 ਜੂਨ 1978 ਦੇ ਦਿਨ ਜਾਰੀ ਕੀਤਾ, ਜੋ ਇਸ ਤਰ੍ਹਾਂ ਹੈ। ਕੁਝ ਸਮੇਂ ਤੋਂ ਸਾਡੇ ਦੇਸ਼ ਵਿੱਚ ਅਖੌਤੀ ਨਿਰੰਕਾਰੀ ਦਿੱਲੀ ਦੀ ਸੰਗਿਆ ਹੇਠ ਚੱਲ ਰਹੀ ਲਹਿਰ, ਜਿਸ ਦਾ ਮੁਖੀ ਗੁਰਚਰਨ ਸਿੰਘ ਹੈ, ਜਿਸ ਦਾ ਮੁਖੀ ਗੁਰਬਚਨ ਸਿੰਘ ਹੈ, ਉਸ ਦਾ ਨਿਸ਼ਾਨਾ ਧਰਮ ਤੇ ਸਦਾਚਾਰ ਨੂੰ ਵਿਨਾਸ਼ ਕਰਨਾ ਤਾਂ ਹੈ ਹੀ, ਪਰ ਉਹ ਸਿੱਖੀ ਤੇ ਖਾਲਸੇ ਦੇ ਸਿਧਾਂਤਾਂ, ਰਹੁ ਰੀਤਾਂ ਤੇ ਗੌਰਵ ਉੱਤੇ ਵਿਸ਼ੇਸ਼ ਕਰਕੇ ਪ੍ਰਚੰਡ ਹਮਲੇ ਕਰ ਰਿਹਾ ਹੈ, ਜਿਸ ਦੇ ਪਰਿਣਾਮ ਕਾਰਨ ਦੇਸ਼ ਵਿੱਚ ਕਈ ਥਾਵਾਂ ਉੱਤੇ ਗੰਭੀਰ ਫਸਾਦ ਹੋ ਚੁੱਕੇ ਹਨ ਅਤੇ ਪਿਛਲੀ ਵਿਸਾਖੀ 13 ਅਪ੍ਰੈਲ ਸੰਨ 1978 ਨੂੰ ਇਸੇ ਕਾਰਨ ਸ੍ਰੀ ਅੰਮ੍ਰਿਤਸਰ ਵਿੱਚ ਅਨੇਕ ਸਿੰਘ ਧਰਮ ਹੇਤ ਜ਼ਖਮੀ ਤੇ ਸ਼ਹੀਦ ਹੋਏ। ਧਰਮ ਤੇ ਸਿੱਖੀ ਦੇ ਇਹ ਸ਼ਤਰੂ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਂਦੇ ਹਨ ਅਤੇ ਇਹਨਾਂ ਦਾ ਆਗੂ ਗੁਰਬਚਨ ਸਿੰਘ ਈਸ਼ਵਰ ਦਾ ਅਵਤਾਰ ਹੋਣ ਦਾ ਦਾਅਵਾ ਕਰਦਾ ਹੈ। ਇਹ ਸਰੀਰਕ ਤ੍ਰਿਪਤੀਆਂ ਅਤੇ ਸੁੱਖਾਂ ਨੂੰ ਹੀ ਮਨੁੱਖ ਜਨਮ ਦਾ ਮੁੱਖ ਮੰਤਵ ਸਮਝਦੇ ਹਨ।
ਇਹ ਧਰਮ ਦੇ ਉੱਤਮ ਸਿਧਾਂਤ ਸ਼ਬਦ ਗੁਰੂ ਤੋਂ ਮੁਨਕਰ ਹੋ ਕੇ ਦੇਹਧਾਰੀ ਮਨੁੱਖਾਂ ਦੀ ਪੂਜਾ ਦਾ ਪ੍ਰਚਾਰ ਕਰਦੇ ਹਨ ਅਤੇ ਸਦਾਚਾਰ ਦਾ ਵਿਰੋਧ ਇਹ ਕਹਿ ਕੇ ਕਰਦੇ ਹਨ ਕਿ ਪਾਪ ਤੇ ਪੁੰਨ ਐਵੇਂ ਮਨੋਕਲਪਿਤ ਹਨ। ਇਹਨਾਂ ਦਾ ਇਹ ਪ੍ਰਚਾਰ ਸੰਸਾਰ ਭਰ ਦੇ ਧਰਮਾਂ ਅਤੇ ਸਦਾਚਾਰਕ ਵਿਧਾਨਾਂ ਵਾਸਤੇ ਇੱਕ ਮਾਰੂ ਹਮਲਾ ਹੈ। ਸਿੱਖ ਪੰਥ ਇਸ ਚੈਲੰਜ ਨੂੰ ਚੁਣੌਤੀ ਦਿੱਤੇ ਬਿਨਾਂ ਬਚ ਨਹੀਂ ਸਕਦਾ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਅਧਿਕਾਰ ਹੇਠਾਂ ਇਹ ਹਾਕਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਅਧਿਕਾਰ ਹੇਠਾਂ ਇਹ ਹੁਕਮ ਹਰ ਸਿੱਖ ਮਾਈ ਭਾਈ ਅਤੇ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਕਿ ਇਸ ਧਰਮ ਸ਼ਤਰੂ ਅਤੇ ਮਨੁੱਖ ਮਾਤਰ ਲਈ ਹਾਨੀਕਾਰਕ ਟੋਲੇ ਦਾ ਹਰ ਯੋਗ ਤਰੀਕੇ ਨਾਲ ਵਿਰੋਧ ਕੀਤਾ ਜਾਵੇ ਅਤੇ ਇਸ ਸਮਾਜ ਅਤੇ ਸੰਸਾਰ ਵਿੱਚ ਵਧਣ ਫੁੱਲਣ ਨਾ ਦਿੱਤਾ ਜਾਵੇ। ਜੋ ਸਿੱਖ ਇਸ ਦੰਭੀ ਤੇ ਪਖੰਡੀ ਅਖੌਤੀ ਨਿਰੰਕਾਰੀ ਸੰਸਥਾ ਦਾ ਅੰਗ ਬਣ ਚੁੱਕੇ ਹਨ, ਉਹਨਾਂ ਅਤੇ ਉਹਨਾਂ ਦੇ ਆਗੂ ਗੁਰਬਚਨ ਸਿੰਘ ਨਾਲ ਖਾਲਸਾ ਪੰਥ ਹਰ ਤਰ੍ਹਾਂ ਦਾ ਮੇਲ ਜੋਲ ਤੇ ਸੰਸਾਰਕ ਸੰਬੰਧ ਅਤੇ ਰੋਟੀ ਬੇਟੀ ਦੀ ਸਾਂਝ ਬੰਦ ਕਰੇ। ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ। ਜੋ ਮੰਨੇਗਾ ਉਸ ਦਾ ਲੋਕ ਪਰਲੋਕ ਦੋਹੀਂ ਥਾਹੀਂ ਭਲਾ ਹੋਵੇਗਾ। ਗੁਰੂ ਕੀ ਆਗਿਆ ਹੈ, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਦਰਸ਼ਨ ਖਾਲਸੇ ਕਾ। ਇਸ ਹੁਕਮਨਾਮੇ ਅੱਗੇ ਸਾਰੇ ਪੰਥ ਨੇ ਸਿਰ ਝੁਕਾਇਆ। ਸੈਂਕੜੇ ਸਿੱਖਾਂ ਨੇ ਆਪਣੇ ਸਕੇ ਰਿਸ਼ਤੇਦਾਰਾਂ, ਦੋਸਤਾਂ ਤੇ ਹੋਰ ਵਾਕਫਾਂ ਜੋ ਨਿਰੰਕਾਰੀ ਸਨ ਨਾਲੋਂ ਸੰਬੰਧ ਤੋੜ ਲਏ। ਹਜ਼ਾਰਾਂ ਸਿੱਖ ਜੋ ਭੁਲੇਖੇ, ਬੇਇਲਮੀ, ਬੇਸਮਝੀ ਕਰਕੇ ਨਿਰੰਕਾਰੀ ਬਣੇ ਹੋਏ ਸਨ, ਇਸ ਟੋਲੇ ਨੂੰ ਛੱਡ ਗਏ। ਲੋਕ ਇਹਨਾਂ ਨੂੰ ਨਕਲੀ ਨਿਰੰਕਾਰੀ ਤੇ ਨਰਕਧਾਰੀ ਆਖਣ ਲੱਗ ਪਏ ਸਨ। 26 ਸਤੰਬਰ 1978 ਨੂੰ ਕਾਨਪੁਰ ਵਿਖੇ ਨਕਲੀ ਨਿਰੰਕਾਰੀਆਂ ਨੇ ਫਿਰ ਅੰਮ੍ਰਿਤਸਰ ਵਾਲਾ ਕਾਂਡ ਦੁਹਰਾਇਆ, ਜਿਸ ਵਿੱਚ 8 ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਣ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਸ਼ਹੀਦੀ ਪ੍ਰਾਪਤ ਕੀਤੀ। ਸਰਕਾਰ ਨੇ ਉਪਰੋਕਤ ਘਟਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ 4, 5, 6 ਨਵੰਬਰ 1978 ਨੂੰ ਇੰਡੀਆ ਗੇਟ ਦਿੱਲੀ ਵਿਖੇ ਸਾਲਾਨਾ ਸਮਾਗਮ ਕਰਨ ਦੀ ਇਜਾਜ਼ਤ ਦੇ ਦਿੱਤੀ ਤੇ ਰਾਖੀ ਦੇ ਤਕੜੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ। ਜਿਸ ਦੇ ਰੋਸ ਵਜੋਂ ਦਿੱਲੀ ਦੇ ਸਿੱਖਾਂ ਨੇ 5 ਨਵੰਬਰ ਨੂੰ ਸ਼ਾਂਤਮਈ ਪ੍ਰੋਟੈਸਟ ਜਲੂਸ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਰੰਭ ਕੀਤਾ, ਜਿਸ ਤੇ ਪੁਲਿਸ ਦੇ ਅੰਨੇ ਤਸੱਦਦ ਨਾਲ 3 ਸਿੰਘ ਸ਼ਹੀਦ ਹੋ ਗਏ, ਅਣਗਿਣਤ ਜ਼ਖਮੀ ਹੋਏ, ਸੈਂਕੜੇ ਸਿੰਘ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ। ਸਿੰਘਾਂ ਨੇ ਉਪਰੋਕਤ ਸ਼ਹੀਦੀ ਸਾਕਿਆਂ ਰਾਹੀਂ ਇਹ ਦ੍ਰਿੜ ਕਰਵਾ ਦਿੱਤਾ ਕਿ ਦੇਹਧਾਰੀ ਗੁਰੂ ਡੰਮ ਦੀਆਂ ਵਿਭਚਾਰ ਫੈਲਾਉਣ ਵਾਲੀਆਂ ਇਹਨਾਂ ਗੱਦੀਆਂ ਪਾਸੋਂ ਗੁਰੂ ਸ਼ਬਦ ਦੀ ਨਿੰਦਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 13 ਅਪ੍ਰੈਲ 1978 ਦੇ ਕਤਲੇਆਮ ਦਾ ਮੁਕੱਦਮਾ ਹਾਈ ਕੋਰਟ ਦੇ ਹੁਕਮ ਨਾਲ ਕਰਨਾਲ ਤਬਦੀਲ ਕਰ ਦਿੱਤਾ ਗਿਆ। ਕਰਨਾਲ ਦੀ ਅਦਾਲਤ ਨੇ 4 ਜਨਵਰੀ 1980 ਨੂੰ ਸਾਰਿਆਂ ਨੂੰ ਬਰੀ ਕਰ ਦਿੱਤਾ। ਪੰਜਾਬ ਸਰਕਾਰ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਵੀ ਨਾ ਕੀਤੀ। ਪਰ ਦੂਜੇ ਪਾਸੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਖੰਡ ਕੀਰਤਨੀ ਜਥਾ ਕੈਨੇਡਾ ਦੇ ਜਥੇਦਾਰ ਤਲਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਇਸ ਕਤਲੇਆਮ ਦੇ ਜ਼ਿੰਮੇਦਾਰਾਂ ਨੂੰ ਯਕੀਨਨ ਸਜ਼ਾ ਦੇਣਾ ਚਾਹੁੰਦੇ ਸਨ। ਅਦਾਲਤ ਤੋਂ ਇਨਸਾਫ ਨਾ ਮਿਲਣ ਕਰਕੇ ਸਿੰਘਾਂ ਨੇ ਇਨਸਾਫ ਆਪ ਕਰਨ ਦਾ ਫੈਸਲਾ ਕੀਤਾ। ਇਸ ਨਿਸ਼ਾਨੇ ਨੂੰ ਹਾਸਲ ਕਰਨ ਵਾਸਤੇ ਭਾਈ ਕਾਬਲ ਸਿੰਘ ਤੇ ਭਾਈ ਰਣਜੀਤ ਸਿੰਘ ਤਿਆਰ ਹੋਏ ਅਤੇ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਕਰਕੇ ਉਹਨਾਂ ਨੇ ਆਪਣਾ ਮਿਸ਼ਨ ਸ਼ੁਰੂ ਕੀਤਾ। ਉਹ ਇਸ ਮਿਸ਼ਨ ਵਿੱਚ 24 ਅਪ੍ਰੈਲ 1980 ਦੇ ਦਿਨ ਕਾਮਯਾਬ ਹੋ ਗਏ। ਉਹ ਗੁਰਬਚਨ ਸਿਉਂ, ਜਿਸ ਦੀ ਭਾਰਤੀ ਅਦਾਲਤ ਹੱਥੋਂ ਬਚਣ ਦੀ ਸਕੀਮ ਤਾਂ ਕਾਮਯਾਬ ਹੋ ਗਈ ਸੀ, ਨੂੰ ਅਕਾਲ ਤਖ਼ਤ ਸਾਹਿਬ ਦੀ ਅਦਾਲਤ ਨੇ 3 ਮਹੀਨੇ 20 ਦਿਨ ਮਗਰੋਂ ਸਜ਼ਾ ਦੇ ਦਿੱਤੀ। ਹੁਣ ਇਸ ਦਾ ਪੁੱਤਰ ਹਰਦੇਵ ਸਿਉਂ ਮੋਟਰ ਪਾਰਟਸ ਦੀ ਦੁਕਾਨ ਤੋਂ ਪੁਰਜੇ ਵੇਚਣ ਦਾ ਕੰਮ ਛੱਡ ਕੇ ਨਕਲੀ ਨਿਰੰਕਾਰੀਆਂ ਦੀ ਗੁਰੂ ਡੰਮ ਦੀ ਝੂਠੀ ਦੁਕਾਨ ਨੂੰ ਚਲਾਉਣ ਲਈ ਦੰਭੀ ਗੁਰੂ ਬਣ ਬੈਠਾ ਹੈ। ਖਾਲਸਾ ਪੰਥ ਨੂੰ ਸੁਚੇਤ ਰਹਿ ਕੇ ਇਸ ਗੁਰੂ ਡੰਮ ਦੀ ਦੁਕਾਨ ਦਾ ਡਟਵਾਂ ਵਿਰੋਧ ਕਰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਇਹ ਝੂਠ ਦੀ ਦੁਕਾਨ ਭੋਲੇ ਭਾਲੇ ਲੋਕਾਂ ਨੂੰ ਫਸਾ ਨਾ ਸਕੇ। ਪਿੱਛੇ ਜਿਹੇ ਨਕਲੀ ਨਿਰੰਕਾਰੀਆਂ ਬਾਰੇ ਸਪੋਕਸਮੈਨ ਅਖਬਾਰ ਵਿੱਚ ਖਬਰ ਛਪੀ ਸੀ, ਜੋ ਇਸ ਤਰ੍ਹਾਂ ਹੈ। ਨਾਭਾ 6 ਸਤੰਬਰ ਕਮਲਪ੍ਰੀਤ ਸਿੰਘ ਸਿੱਖ ਵਿਰੋਧੀ ਨਿਰੰਕਾਰੀ ਮਿਸ਼ਨ ਵਿੱਚ
ਵੱਡੀ ਪੱਧਰ ਤੇ ਅੰਦਰੂਨੀ ਖਾਨਾ ਜੰਗੀ ਚੱਲ ਰਹੀ ਹੈ, ਜਿਸ ਵਿੱਚ ਮੰਡਲ ਦੇ ਅਧਿਕਾਰੀ ਅਤੇ ਜਨਰਲ ਸਕੱਤਰ ਵੱਡਾ ਮਾਫੀਆ ਬਣ ਚੁੱਕੇ ਹਨ। ਇਸ ਮਾਫੀਏ ਦੇ ਮੁਖੀ ਗੋਬਿੰਦ ਸਿੰਘ ਜਨਰਲ ਸਕੱਤਰ ਨਿਰੰਕਾਰੀ ਮੰਡਲ ਦਿੱਲੀ, ਜੋ ਕਿ ਨਿਰੰਕਾਰੀ ਅਵਤਾਰ ਸਿੰਘ ਦਾ ਜਵਾਈ ਹੈ, ਉੱਪਰ ਮੰਡਲ ਦੇ ਹਿਸਾਬ ਕਿਤਾਬ ਅਤੇ ਜਾਇਦਾਦ ਦੀ ਖਰੀਦੋ ਫਰੋਖਤ ਵਿੱਚ ਕਰੋੜਾਂ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ। ਮੰਡਲ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਧੜੇਬੰਦੀ ਬਣਦੀ ਜਾ ਰਹੀ ਹੈ। ਮੰਡਲ ਦੇ ਅੰਦਰੂਨੀ ਪੈਰੋਕਾਰਾਂ ਵੱਲੋਂ ਵੱਡੀ ਤਾਦਾਦ ਵਿੱਚ ਮੰਡਲ ਦੇ ਅਧਿਕਾਰੀਆਂ ਅਤੇ ਗੋਬਿੰਦ ਸਿੰਘ ਵਿਰੁੱਧ ਚਿੱਠੀਆਂ ਛਪਵਾ ਕੇ ਵੰਡੀਆਂ ਜਾ ਰਹੀਆਂ ਹਨ। ਸਪੋਕਸਮੈਨ ਨੂੰ ਪ੍ਰਾਪਤ ਹੋਈ ਇੱਕ ਚਿੱਠੀ ਅਨੁਸਾਰ ਮੰਡਲ ਦੇ ਅਧਿਕਾਰੀ ਗੋਬਿੰਦ ਸਿੰਘ ਦੀ ਸ਼ਹਿ ਉੱਤੇ ਸ਼ਰਧਾਲੂਆਂ ਤੋਂ ਇਕੱਠੇ ਹੋਏ ਪੈਸੇ ਨੂੰ ਆਪਣੇ ਹਿੱਤਾਂ ਲਈ ਵਰਤ ਕੇ ਅਤੇ ਭੋਲੀ ਭਾਲੀ ਜਨਤਾ ਦੇ ਪੈਸੇ ਦੀ ਕਥਿਤ ਠੱਗੀ ਮਾਰ ਕੇ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਇਸ ਤੋਂ ਇਲਾਵਾ ਮੰਡਲ ਅਧਿਕਾਰੀਆਂ ਦੀਆਂ ਅਸ਼ਲੀਲ ਚਾਰੀ ਸੀਡੀਆਂ ਵੀ ਤਿਆਰ ਹੋ ਚੁੱਕੀਆਂ ਹਨ ਅਤੇ ਇੱਕ ਔਰਤ ਵੱਲੋਂ ਇਸ ਚਿੱਠੀ ਵਿੱਚ ਸੁਣਾਈ ਗਈ ਹੱਡਬੀਤੀ, ਜਿਸ ਬਾਰੇ ਖੁੱਲ੍ਹ ਕੇ ਤਾਂ ਕੁਝ ਨਹੀਂ ਦੱਸਿਆ ਗਿਆ, ਪਰ ਇਹ ਆਪ ਮੁਹਾਰੇ ਮੰਡਲ ਦੇ ਅਧਿਕਾਰੀਆਂ ਵੱਲ ਅਸ਼ਲੀਲਤਾ ਦਾ ਇਸ਼ਾਰਾ ਕਰ ਰਹੀ ਹੈ। ਨਕਲੀ ਨਿਰੰਕਾਰੀਆਂ ਦੀ ਅਸਲੀ ਕਹਾਣੀ ਬਿਆਨ ਕਰਦੀ ਇਸ ਚਿੱਠੀ ਵਿੱਚ ਦੋਸ਼ ਲਾਉਂਦਿਆਂ ਕਿਹਾ ਗਿਆ ਹੈ ਕਿ ਗੋਬਿੰਦ ਸਿੰਘ ਵੱਡੀ ਪੱਧਰ ਤੇ ਗੈਂਗ ਬਣਾ ਕੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾ ਰਿਹਾ ਹੈ। ਚਿੱਠੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 1975 ਵਿੱਚ ਅਵਤਾਰ ਲੱਕੀ ਚਿੱਟ ਫੰਡ ਕੰਪਨੀ ਖੋਲ੍ਹ ਕੇ ਨਿਰੰਕਾਰੀਆਂ ਅਤੇ ਗੈਰ ਨਿਰੰਕਾਰੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਗੋਬਿੰਦ ਸਿੰਘ ਨੇ ਨਿਰੰਕਾਰੀ ਮੰਡਲ ਦਾ ਨਾਂ ਰੋਸ਼ਨ ਕੀਤਾ। ਨਿਰੰਕਾਰੀ ਮੱਤ ਦੇ ਕਈ ਲੋਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਜੇ CBI ਗੋਬਿੰਦ ਸਿੰਘ ਦੇ ਮਾਫੀਏ ਦੀ ਜਾਂਚ ਕਰੇ ਤਾਂ ਹੈਰਾਨਪੁਰ ਤੱਥ ਸਾਹਮਣੇ ਆਉਣਗੇ। ਇਹ ਹੈ ਨਕਲੀ ਨਿਰੰਕਾਰੀ ਅਵਤਾਰ ਸਿੰਘ ਦੇ ਜਵਾਈ ਦੀ ਕਰਤੂਤ। ਇਹ ਹੈ ਨਕਲੀ ਨਿਰੰਕਾਰੀਆਂ ਦੀ ਅਸਲੀਅਤ। ਜਿਸ ਨੂੰ ਵੀ ਇਹ CD ਮਿਲੇ, ਦਾਸ ਪੰਥਪ੍ਰੀਤ ਸਿੰਘ ਦੀ ਬੇਨਤੀ ਹੈ ਕਿ ਉਹ 50 ਸੀਡੀਆਂ ਆਪਣੇ ਦਸਵੰਧ ਵਿੱਚੋਂ ਬਣਵਾ ਕੇ ਅੱਗੇ ਵੰਡੇ, ਤਾਂ ਕਿ ਸਾਡੇ ਭੈਣ ਭਰਾ ਇਹਨਾਂ ਕੱਚੇ ਗੁਰੂਆਂ ਦੇ ਜਾਲ ਵਿੱਚ ਫਸਣ ਤੋਂ ਬਚ ਜਾਣ। ਜਿਹੜਾ ਸੀਡੀਆਂ ਵੰਡੇਗਾ ਗੁਰੂ ਸਾਹਿਬ ਜੀ ਉਸ ਉੱਤੇ ਕਿਰਪਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।